हाँ जी, बहुत ही प्यारे बच्चों, उम्मीद है कि तुसी सारे ठीक ठाक होवोगे। बच्चों ਆਪਾਂ नावल ਦੇ 2 ਕਾਂਡ पढ़ चुके हैं कहानी ਦੇ रूप ਦੇ ਵਿੱਚ। ਪਹਿਲਾ ਸੀ ਸਵੇਰ ਵੇਲੇ ਦਾ ਤੇ ਦੂਸਰਾ ਦੁਪਹਿਰ ਵੇਲੇ ਦਾ, ਤੀਸਰਾ ਸ਼ਾਮ ਵੇਲੇ ਦਾ। ਇਹ ਨਾਵਲ ਇੱਕ ਦਿਨ ਦੇ ਵਿੱਚ ਹੀ ਪੂਰਾ ਕੀਤਾ ਗਿਆ ਹੈ। ਇਸ ਨਾਵਲ ਦੇ 3 ਹਿੱਸੇ ਨੇ, ਪਹਿਲਾ, ਦੂਜਾ ਤੇ ਤੀਜਾ, ਸਵੇਰ ਦਾ, ਦੁਪਹਿਰ ਦਾ ਤੇ ਸ਼ਾਮ ਦਾ। ਬੱਚੋ ਬਹੁਤ ਸੋਹਣਾ ਨਾਵਲ ਹੈ। ਤੇ ਹੁਣ ਆਪਾਂ ਚਲੋ ਪੜ੍ਹਦੇ ਹਾਂ ਨਾਵਲ ਦਾ ਤੀਸਰਾ ਕਾਂਡ, ਸ਼ਾਮ ਦਾ। ਘਰੋਂ ਨਿਕਲਦਿਆਂ ਬੰਦਾ ਸੋਚਦਾ ਹੈ ਕਿ ਉਹ ਕਿਸ ਪਾਸੇ ਵੱਲ ਨੂੰ ਜਾਵੇ, ਪਰ ਉਸਦਾ ਰਿਕਸ਼ਾ ਪੁਤਲੀ ਘਰ ਵੱਲ ਨੂੰ ਮੁੜ ਜਾਂਦਾ ਹੈ। ਰਸਤੇ ਵਿੱਚ ਬੰਦਾ ਤਾਰੋ ਬਾਰੇ ਸੋਚਦਾ ਹੈ ਕਿ ਜਦੋਂ ਵਿਆਹੀ ਆਈ ਸੀ ਉਦੋਂ ਬਹੁਤ ਸੋਹਣੀ ਸੀ। ਉਸਦਾ ਮੂੰਹ ਭੋਲਾ ਜਿਹਾ ਤੇ ਉਸਦੀਆਂ ਅੱਖਾਂ ਕਾਲੀਆਂ ਤੇ ਮੋਟੀਆਂ ਸਨ। ਸਵੇਰੇ ਜਦੋਂ ਉਹ ਨਵੇਂ ਕੱਪੜੇ ਪਾ ਕੇ ਗੁਰਦੁਆਰਾ ਸਾਹਿਬ ਜਾਣ ਲਈ ਤਿਆਰ ਹੋਈ ਤਾਂ ਉਸਦਾ ਰੂਪ ਡੁੱਲ ਡੁੱਲ ਪੈ ਰਿਹਾ ਸੀ, ਪਰ ਹੁਣ ਉਹ ਪਹਿਲਾਂ ਵਰਗੀ ਨਹੀਂ ਰਹੀ। ਬੰਤਾ ਸੋਚਦਾ ਹੈ ਕਿ ਉਸਦਾ ਪਹਿਲਾਂ ਵਰਗਾ ਰੂਪ ਪਰਤ ਕੇ ਨਹੀਂ ਆਵੇਗਾ, ਸਗੋਂ ਇਸ ਤਰ੍ਹਾਂ ਹੀ ਗੱਡੀ ਚੱਲਦੀ ਜਾਵੇਗੀ। ਪਰ ਅਜੇ ਉਸ ਭਰਜਾਈ ਦਾ ਰੂਪ ਉਸੇ ਤਰ੍ਹਾਂ ਹੀ ਹੈ ਜਦੋਂ ਉਹ ਪਹਿਲਾਂ ਮਿਲੀ ਸੀ ਉਸਨੂੰ। ਉਦੋਂ ਉਸਨੂੰ ਮਖੌਲ ਕਰਨ ਨੂੰ ਜੀ ਆਉਂਦਾ ਹੈ। ਇਹ ਸੋਚਦਾ ਹੋਇਆ ਬੰਤਾ ਆਪਣੇ ਮਨ ਨੂੰ ਸਮਝਾਉਂਦਾ ਹੋਇਆ ਉਹ ਪਿਛਲੀਆਂ ਗੱਲਾਂ ਨੂੰ ਛੱਡ ਕੇ ਅਗਲੀਆਂ ਬਾਰੇ ਸੋਚੇ। ਹੁਣ ਉਸਨੂੰ ਅੱਗਾ ਸਵਾਰਨਾ ਚਾਹੀਦਾ ਹੈ। ਉਹ ਰਿਕਸ਼ਾ ਇੱਕ ਨੁੱਕਰ ਵਿੱਚ ਖੜਾ ਕਰਕੇ ਸਿਗਰਟ ਕੱਢ ਕੇ ਪੀਂਦਾ ਹੈ। ਉਸਨੂੰ ਸਾਹਮਣਿਓਂ ਦਿਆਲਾ ਆਉਂਦਾ ਦਿਸਿਆ, ਜੋ ਬਹੁਤ ਖਿੜਿਆ ਹੋਇਆ ਸੀ। ਉਹ ਦਿਆਲੇ ਨੂੰ ਉਸਦੀ ਖੁਸ਼ੀ ਦਾ ਕਾਰਨ ਪੁੱਛਦਾ ਹੈ। ਉਹ ਕਹਿੰਦਾ ਹੈ ਕਿ ਉਸਦਾ ਸੁਭਾਅ ਖੁਸ਼ ਰਹਿਣਾ ਹੀ ਹੈ। ਫਿਰ ਉਹ ਦੱਸਦਾ ਹੈ ਕਿ ਉਹ ਖਾਲਸਾ ਕਾਲਜ ਤੋਂ ਇੱਕ ਇਸਤਰੀ ਪ੍ਰੋਫੈਸਰ ਦੀ ਸਵਾਰੀ ਪਰਲੀ ਗਲੀ ਵਿੱਚ ਛੱਡ ਕੇ ਆਇਆ ਹੈ। ਉਹ ਦੱਸਦਾ ਹੈ ਕਿ ਉਸਦੇ 2 ਨਿਆਣੇ ਹਨ, ਪਰ ਉਹ ਬੱਚਿਆਂ ਦੀ ਮਾਂ ਨਹੀਂ ਲੱਗਦੀ। ਦੋਵੇਂ ਇਸ ਗੱਲ ਨਾਲ ਸਹਿਮਤ ਹਨ। ਉਸਦੀ ਸਿਹਤ ਦਾ ਕੀ ਕਾਰਨ ਉਸਦਾ ਆਪਣਾ ਕਮਾਊ ਹੋਣਾ ਹੈ। ਦਿਆਲਾ ਦੱਸਦਾ ਹੈ ਕਿ ਉਹ ਉਸਦੀ ਸਵਾਰੀ ਨੂੰ ਲਿਜਾਂਦਿਆਂ ਤੇ ਲਿਆਉਂਦਿਆਂ ਬਹੁਤ ਖੁਸ਼ ਹੁੰਦਾ ਹੈ। ਫਿਰ ਉਹ ਗੱਲਾਂ ਕਰਦੇ ਹਨ ਕਿ ਕੁਝ ਬੰਦੇ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ ਖਾਣ ਲਈ ਪੈਸੇ ਨਹੀਂ ਹੁੰਦੇ, ਪਰ ਕੁਝ ਅਜਿਹੇ ਹੁੰਦੇ ਹਨ ਜਿਨ੍ਹਾਂ ਕੋਲ ਬਹੁਤ ਧਨ ਹੁੰਦਾ ਹੈ। ਪਰ ਉਹ ਸਮਝਦੇ ਹਨ ਕਿ ਦੋਹਾਂ ਨੂੰ ਤਾਂ ਮਿਹਨਤ ਕਰਕੇ ਹੀ ਰੋਟੀ ਖਾਣੀ ਪਵੇਗੀ। ਉਹ ਸੋਚਦੇ ਹਨ ਕਿ ਦੁੱਖ ਇਸ ਗੱਲ ਦਾ ਹੈ ਕਿ ਸਾਰਾ ਦਿਨ ਮਿਹਨਤ ਕਰਕੇ ਉਹਨਾਂ ਦੀ ਪੂਰੀ ਨਹੀਂ ਪੈਂਦੀ। ਉਹ ਮਹਿੰਗਾਈ ਬਾਰੇ ਸੋਚ ਕੇ ਬਹੁਤ ਫਿਕਰਮੰਦ ਹੁੰਦੇ ਹਨ। ਇਸ ਪ੍ਰਕਾਰ ਪਰੇਸ਼ਾਨ ਹੋਇਆ ਬੰਤਾ ਦਿਆਲੇ ਨੂੰ ਛੱਡ ਕੇ ਚੱਲ ਪੈਂਦਾ ਹੈ ਤੇ ਬਿਨਾਂ ਕਿਸੇ ਵੱਲ ਤੱਕਿਆਂ ਬੜੀ ਤੇਜ਼ੀ ਨਾਲ ਰਿਕਸ਼ਾ ਚਲਾਉਂਦਾ ਹੈ। ਸਟੇਸ਼ਨ ਪਹੁੰਚਣ ਤੇ ਉਸਦੇ ਰਿਕਸ਼ੇ ਵਿੱਚ ਇੱਕ ਬੁੱਢਾ ਬੈਠ ਗਿਆ ਜਿਸ ਨੇ ਅੱਖਾਂ ਦੇ ਹਸਪਤਾਲ ਜਾਣਾ ਸੀ। ਉਹ ਬੁੱਢਾ ਉਸਨੂੰ ਦੱਸਣ ਲੱਗ ਪਿਆ ਕਿ ਹਸਪਤਾਲ ਵਿੱਚ ਉਸਦੀ ਤੀਵੀਂ ਨੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੈ। ਉਹ ਬੰਤੇ ਨੂੰ ਸੰਭਲ ਕੇ ਰਿਕਸ਼ਾ ਚਲਾਉਣ ਲਈ ਕਹਿੰਦਾ ਹੈ। ਫਿਰ ਉਹ ਦੱਸਦਾ ਹੈ ਕਿ ਡਾਕਟਰ ਕਹਿੰਦਾ ਹੈ ਉਸ ਦੀਆਂ ਅੱਖਾਂ ਠੀਕ ਬਣ ਗਈਆਂ ਹਨ। ਫਿਰ ਉਹ ਦੱਸਦਾ ਹੈ ਕਿ ਡਾਕਟਰ ਬੜਾ ਚੰਗਾ ਹੈ, ਪਰ ਉੱਪਰਲੇ ਕੰਮ ਕਰਨ ਵਾਲੇ ਮੁੱਠੀ ਗਰਮ ਕੀਤੇ ਬਿਨਾਂ ਕੰਮ ਨਹੀਂ ਕਰਦੇ। ਬੰਤਾ ਇਸ ਗੱਲ ਨੂੰ ਮਾੜੀ ਗੱਲ ਕਹਿੰਦਾ ਹੈ। ਬੁੱਢਾ ਦੱਸਦਾ ਹੈ ਕਿ ਪਿੰਡ ਵਾਲਿਆਂ ਨੂੰ ਤਾਂ ਉਹ ਕੁਝ ਨਹੀਂ ਸਮਝਦੇ, ਸਗੋਂ ਟੀਚਰਾਂ ਕਰਦੇ ਹਨ। ਬੰਤਾ ਬੁੱਢੇ ਦੀ ਗੱਲ ਸੁਣਦਾ ਜਾਂਦਾ ਹੈ ਤੇ ਸੋਚਦਾ ਹੈ ਕਿ ਕਈ ਸਵਾਰੀਆਂ ਚੰਗਾ ਦਿਲ ਲਾ ਛੱਡਦੀਆਂ ਹਨ ਤੇ ਵਕਤ ਵੀ ਚੰਗਾ ਕੱਟ ਜਾਂਦਾ ਹੈ, ਪਰ ਕਈ ਵਾਰ ਤਾਂ ਵਕਤ ਕੱਟਣਾ ਔਖਾ ਹੋ ਜਾਂਦਾ ਹੈ। ਬੁੱਢੇ ਨੂੰ ਹਸਪਤਾਲ ਉਤਾਰਨ ਪਿੱਛੋਂ ਬੰਤੇ ਨੂੰ ਲਾਰੈਂਸ ਰੋਡ ਤੇ ਜਾਣ ਵਾਲੀਆਂ ਸਵਾਰੀਆਂ ਮਿਲ ਜਾਂਦੀਆਂ ਹਨ। ਬੰਤੇ ਨੂੰ ਜਦੋਂ ਕੋਈ ਇਸਤਰੀ ਥੱਕੀ ਹੋਈ ਦਿਸੇ ਜਾਂ ਉਸਦੇ ਨਾਲ ਬੱਚੇ ਹੋਣ ਤਾਂ ਉਹ ਰਿਕਸ਼ਾ ਹੌਲੀ ਕਰ ਲੈਂਦਾ ਹੈ। ਇਸ ਇਸਤਰੀ ਦੇ ਨਾਲ ਦਾ ਆਦਮੀ ਵੀ ਵਡੇਰੀ ਉਮਰ ਦਾ ਸੀ ਤੇ ਉਹ ਆਪ ਕੁੜੀ ਜਿਹੀ ਸੀ। ਉਸਦਾ ਪਤੀ ਉਸਨੂੰ ਕਹਿੰਦਾ ਹੈ ਕਿ ਉਹ ਚੰਗਾ ਪਾਇਆ ਹੰਢਾਇਆ ਕਰੇ ਤੇ ਬੱਚਿਆਂ ਨਾਲ ਖੇਡਿਆ ਕਰੇ, ਪਰ ਉਹ ਕਹਿੰਦੀ ਹੈ ਕਿ ਉਸ ਜਿੱਡੀ ਤਾਂ ਉਸਦੀ ਧੀ ਕੁਸਮ ਹੈ। ਉਸਨੂੰ ਬੜੀ ਸ਼ਰਮ ਆਉਂਦੀ ਹੈ ਜਦੋਂ ਉਹ ਉਸਨੂੰ ਮੰਮੀ ਆਖਦੀ ਹੈ। ਉਹ ਕਹਿੰਦੀ ਹੈ ਕਿ ਰਾਜੂ ਵੀ ਵੱਡਾ ਹੋਈ ਜਾਂਦਾ ਹੈ। ਜਦੋਂ ਸਕੂਟਰ ਚਲਾਉਂਦਾ ਹੈ ਤਾਂ ਉਹ ਪਿੱਛੋਂ ਡਿੱਗਣ ਨੂੰ ਕਰਦੀ ਹੈ। ਪਤੀ ਕਹਿੰਦਾ ਹੈ ਕਿ ਉਹ ਹਮੇਸ਼ਾ ਕਾਰ ਵਿੱਚ ਹੀ ਬੈਠਿਆ ਕਰੇ, ਪਰ ਉਹ ਕਹਿੰਦੀ ਹੈ ਕਿ ਕਾਰ ਭਾਵੇਂ ਖੜੀ ਹੋਵੇ ਪਰ ਉਹ ਉਸਨੂੰ ਸਕੂਟਰ ਉੱਪਰ ਬਿਠਾ ਕੇ ਲਿਜਾਂਦਾ ਹੈ। ਵਿਆਹ ਹੋਇਆਂ 3 ਸਾਲ ਹੋ ਗਏ ਹਨ, ਪਰ ਉਸ ਦਾ ਮੰਮੀ ਨੂੰ ਸਕੂਟਰ ਪਿੱਛੇ ਬਿਠਾ ਕੇ ਘੁਮਾਉਣ ਦਾ ਚਾਅ ਨਹੀਂ ਲੱਥਾ। ਉਸ ਦਾ ਪਤੀ ਦੱਸਦਾ ਹੈ ਕਿ ਉਸਨੇ ਉਸ ਲਈ ਬੰਬਈ ਤੋਂ ਨੈਕਲਸ ਮੰਗਵਾਇਆ ਹੈ ਤੇ ਨਾਲੇ ਉਹ ਗਰਮੀਆਂ ਕੱਟਣ ਲਈ ਸ਼ਿਮਲੇ ਵਿੱਚ ਇੱਕ ਕੋਠੀ ਖਰੀਦਣ ਦੀ ਗੱਲਬਾਤ ਕਰ ਰਿਹਾ ਹੈ। ਬੰਤਾ ਗੱਲਾਂ ਸੁਣਦਾ ਹੋਇਆ ਰਿਕਸ਼ਾ ਚਲਾ ਰਿਹਾ ਹੈ। ਉਹ ਰਿਕਸ਼ਾ ਕਾਫੀ ਤੇਜ਼ ਗਤੀ ਨਾਲ ਚਲਾ ਰਿਹਾ ਸੀ ਤੇ ਉਸ ਨੂੰ ਸਾਹ ਚੜ ਗਿਆ ਸੀ।
ਫਿਰ ਉਹ ਭੀੜ ਨਾਲ ਭਰੀ ਲਾਰੈਂਸ ਰੋਡ ਤੇ ਪਹੁੰਚ ਗਿਆ। ਉੱਥੇ ਬਿਜਲੀ ਭਲਵਾਨ ਦੇ ਮੰਦਰ ਕੋਲ ਉਸਨੇ ਰਿਕਸ਼ਾ ਰੋਕ ਲਿਆ ਤੇ ਉਹ 1 ਰੁਪਏ ਦਾ ਨੋਟ ਉਸਦੇ ਹੱਥ ਵਿੱਚ ਫੜਾ ਕੇ ਮੰਦਰ ਦੇ ਅੰਦਰ ਚਲੇ ਗਏ। ਬੰਤੇ ਨੂੰ ਬਾਹਰੋਂ ਕ੍ਰਿਸ਼ਨ ਜੀ ਦੀ ਮੂਰਤੀ ਦੇ ਸੋਨੇ ਦੀ ਲਿਸ਼ਕਦੀ ਬੰਸਰੀ ਦਿਖਾਈ ਦਿੱਤੀ। ਉਸ ਨੂੰ ਯਾਦ ਆਇਆ ਕਿ ਪਿੱਛੇ ਜਿਹੇ ਇੱਕ ਬੰਸਰੀ ਨੂੰ ਚੁਰਾ ਕੇ ਲੈ ਗਿਆ ਸੀ ਇੱਕ ਬੰਦਾ, ਪਰ ਅਜਿਹਾ ਬੰਦਾ ਨਰਕਾਂ ਵਿੱਚ ਹੀ ਪਵੇਗਾ। ਉਹ ਸੋਚਦਾ ਹੈ ਕਿ ਇੱਕ ਪਾਸੇ ਤਾਂ ਅਜਿਹੇ ਬੰਦੇ ਹਨ ਜੋ ਮੰਦਰ ਬਣਵਾਉਂਦੇ ਹਨ, ਪਰ ਦੂਜੇ ਪਾਸੇ ਅਜਿਹੇ ਹਨ ਜੋ ਭਗਵਾਨ ਦਾ ਵੀ ਲਿਹਾਜ਼ ਨਹੀਂ ਕਰਦੇ। ਉਹ ਸੋਚਦਾ ਹੈ ਕਿ ਉਸ ਨੂੰ ਭਗਵਾਨ ਨੇ ਸੇਵਾ ਦਾ ਮੌਕਾ ਹੀ ਨਹੀਂ ਦਿੱਤਾ। ਉਹ ਸੋਚਦਾ ਹੈ ਕਿ ਬੀਵੀ ਬੱਚਿਆਂ ਦਾ ਖਿਆਲ ਕਰਦਾ ਹੋਇਆ ਉਹ ਆਪਣੀ ਖਾਹਿਸ਼ ਅਨੁਸਾਰ ਸਭ ਕੁਝ ਛੱਡ ਛਡਾ ਕੇ ਮੰਦਰ ਵਿੱਚ ਸੇਵਾ ਕਰਨ ਲਈ ਨਹੀਂ ਰਹਿ ਸਕਦਾ। ਫਿਰ ਉਹ ਮੂਰਤੀ ਨੂੰ ਬਾਹਰੋਂ ਮੱਥਾ ਟੇਕਦਾ ਹੈ ਤੇ ਬਿਨਾਂ ਮੰਗਿਆਂ ਹੀ ਮੁਰਾਦਾਂ ਪੂਰੀਆਂ ਹੋਣ ਦੀ ਆਸ ਵਿੱਚ ਲੱਗ ਜਾਂਦਾ ਹੈ। ਫਿਰ ਬੰਤੇ ਨੂੰ ਵਲੈਤੀ ਸ਼ਰਾਬ ਦੇ ਠੇਕੇ ਤੇ ਜਾਣ ਵਾਲੇ 2 ਆਦਮੀ ਮਿਲ ਗਏ। ਠੇਕੇ ਤੇ ਪਹੁੰਚ ਕੇ ਉਹਨਾਂ ਨੇ 2 ਬੋਤਲਾਂ ਲਈਆਂ। ਦੋਵੇਂ ਉੱਚੇ ਲੰਮੇ ਜਵਾਨ ਸਨ। ਬੋਤਲਾਂ ਖਰੀਦ ਕੇ ਉਹ ਮੁੜ ਰਿਕਸ਼ੇ ਵਿੱਚ ਆ ਕੇ ਬੈਠੇ ਤੇ ਰਾਮਬਾਗ ਨੂੰ ਚੱਲ ਪਏ। ਬੰਤਾ ਪੈਸੇ ਲੈਣ ਲੱਗਾ। ਇਹੋ ਜਿਹੇ ਬੰਦਿਆਂ ਨਾਲ ਬਹਿਸ ਨਹੀਂ ਸੀ ਕਰਦਾ, ਕਿਉਂਕਿ ਇਹੋ ਜਿਹੇ ਕਿਸੇ ਦਾ ਹੱਕ ਵੀ ਰੱਖਦੇ ਨਹੀਂ। ਉਸ ਨੂੰ ਯਾਦ ਆਇਆ ਕਿ ਇੱਕ ਵਾਰ ਦਿਆਲੇ ਨੇ ਇਹੋ ਜਿਹੇ ਆਦਮੀ ਨਾਲ ਝਗੜਾ ਕਰਕੇ ਮਾਰ ਖਾਧੀ ਸੀ ਤੇ ਨਾਲ ਹੀ ਜਿਹੜੇ ਨੇ ਸਾਰੀ ਦਿਹਾੜੀ ਉਸਨੇ ਪੈਸੇ ਵੱਟੇ ਸਨ ਉਹ ਵੀ ਕਿਸੇ ਥਾਂ ਡਿੱਗ ਪਏ ਸਨ। ਇਹ ਲੋਕ ਸਮਗਲਿੰਗ ਕਰਨ ਵਾਲੇ ਹੁੰਦੇ ਹਨ। ਉਹ ਬੰਤੇ ਨੂੰ ਉਸ ਦਾ ਨਾਂ ਪੁੱਛਦੇ ਹਨ ਤੇ ਫਿਰ ਪੁੱਛਦੇ ਹਨ ਕਿ ਸਾਰੀ ਦਿਹਾੜੀ ਵਿੱਚ ਕੀ ਕਮਾ ਲੈਂਦਾ ਹੈ। ਬੰਤਾ ਦੱਸਦਾ ਹੈ ਕਿ ਰਾਤ ਤਾਈਂ 8-10 ਬਾਣੀ ਜਾਂਦੇ ਹਨ ਤੇ ਇਹਨਾਂ ਨਾਲ ਵਕਤ ਨੂੰ ਧੱਕਾ ਦੇਈ ਜਾਂਦੇ ਹਾਂ। ਉਹਨਾਂ ਬੰਤੇ ਨੂੰ ਸ਼ਰਾਬ ਪੀਣ ਲਈ ਕਿਹਾ, ਪਰ ਉਸਨੇ ਰਸਤੇ ਵਿੱਚ ਸ਼ਰਾਬ ਪੀਣ ਤੋਂ ਇਨਕਾਰ ਕਰ ਦਿੱਤਾ। ਫਿਰ ਉਹ ਗੱਲਾਂ ਕਰਦੇ ਹਨ ਕਿ ਜੇਕਰ ਉਹਨਾਂ ਨੂੰ ਰਾਤੀ ਕੋਈ ਚੀਜ਼ ਮਿਲ ਜਾਵੇ ਤਾਂ ਉਹ ਤੜਕੇ ਪਿੰਡ ਨੂੰ ਚਲੇ ਜਾਣਗੇ। ਉਹਨਾਂ ਨੂੰ ਵਿਸ਼ਵਾਸ ਸੀ ਕਿ ਉਹਨਾਂ ਦੀ ਚੀਜ਼ ਜ਼ਰੂਰ ਮਿਲ ਜਾਵੇਗੀ, ਕਿਉਂਕਿ ਜਿਸ ਬੰਦੇ ਨੇ ਉਹਨਾਂ ਨੂੰ ਚੀਜ਼ ਦੇਣੀ ਸੀ ਉਹ ਹਮੀਦੇ ਦਾ ਪਗਵਟ ਭਰਾ ਹੈ। ਇਹ ਸੁਣ ਕੇ ਬੰਤਾ ਸੋਚਦਾ ਹੈ ਕਿ ਉਸ ਨੂੰ ਕੋਈ ਪਗਵਟ ਭਰਾ ਬਣਾ ਲੈਣਾ ਚਾਹੀਦਾ ਹੈ, ਕਿਉਂਕਿ ਸਾਰੇ ਕੰਮ ਮਿਲ ਮਿਲਾ ਕੇ ਹੀ ਚੱਲਦੇ ਹਨ। ਫਿਰ ਉਹ ਸੋਚਦਾ ਹੈ ਕਿ ਉਸ ਨੂੰ ਕੋਈ ਐਸਾ ਵੈਸਾ ਕੰਮ ਕਰਕੇ ਮੂੰਹ ਤੇ ਕਾਲਖ ਨਹੀਂ ਲਵਾਉਣੀ ਚਾਹੀਦੀ, ਸਗੋਂ ਚੁੱਪ ਕਰਕੇ ਆਪਣਾ ਕੰਮ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਬੁਰੇ ਕੰਮਾਂ ਦਾ ਬੁਰਾ ਨਤੀਜਾ ਹੁੰਦਾ ਹੈ। ਹੁਣ ਬੰਤੇ ਦਾ ਰਿਕਸ਼ਾ ਹਨੇਰੇ ਵਿੱਚੋਂ ਲੰਘ ਰਿਹਾ ਸੀ। ਉਹਨਾਂ ਵਿੱਚੋਂ ਇੱਕ ਸੋਚਦਾ ਹੈ ਕਿ ਉਹਨਾਂ ਜਿਹੜੀਆਂ ਬੋਤਲਾਂ ਚੁੱਕੀਆਂ ਹਨ ਇਹ ਕੰਮ ਨਹੀਂ ਆਉਣੀਆਂ, ਪਰ ਦੂਜਾ ਕਹਿੰਦਾ ਹੈ ਇਹ ਕੰਮ ਆ ਜਾਣਗੀਆਂ, ਉਹ ਜ਼ਰਾ ਹੌਸਲਾ ਰੱਖੇ। ਕੁਝ ਅੱਗੇ ਜਾ ਕੇ ਉਹ ਉਤਰ ਗਏ ਤੇ ਉਹਨਾਂ ਬੰਤੇ ਨੂੰ 2 ਰੁਪਏ ਦਿੱਤੇ। ਬੰਤਾ ਖੁਸ਼ ਹੋ ਗਿਆ। ਉਹ ਸਮਝਦਾ ਹੈ ਕਿ ਸਾਲ ਦੇ ਪਹਿਲੇ ਦਿਨ ਤੇ ਉਸ ਨੂੰ ਚੰਗੀ ਕਮਾਈ ਹੋ ਗਈ ਹੈ, ਪਰ ਨਾਲ ਹੀ ਉਹ ਸੋਚਦਾ ਹੈ ਕਿ ਉਸ ਦੀ ਪਤਨੀ ਫੇਰ ਵੀ ਖੁਸ਼ ਨਹੀਂ ਹੋਵੇਗੀ। ਹੁਣ ਰਾਤ ਪੈ ਚੁੱਕੀ ਸੀ ਤੇ ਠੰਡ ਵੀ ਵੱਧ ਗਈ ਸੀ। ਲੋਕੀ ਘਰਾਂ ਨੂੰ ਜਾ ਰਹੇ ਸਨ। ਚਾਰੇ ਪਾਸੇ ਧੁੰਦ ਦਾ ਫੈਲਾਅ ਹੋ ਚੁੱਕਿਆ ਸੀ। ਨੰਦਨ ਸਿਨੇਮੇ ਦੇ ਸਾਹਮਣੇ ਬੰਤੇ ਨੇ ਗੋਭੀ ਦੇ 2 ਪਕੌੜੇ ਲਏ ਤੇ ਚਾਹ ਦਾ ਗਲਾਸ ਲੈ ਕੇ ਉਸ ਨਾਲ ਖਾਧੇ। ਬੰਤੇ ਨੂੰ ਇਹ ਵੇਖ ਕੇ ਬੜੀ ਸ਼ਰਮ ਮਹਿਸੂਸ ਹੋਈ ਕਿ ਆਦਮੀ ਤੀਵੀਆਂ ਤੇ ਬੱਚੇ ਸਿਨੇਮੇ ਜਾ ਰਹੇ ਸਨ। ਸ਼ੋਅ ਖਤਮ ਹੋਣ ਤੇ ਇੱਕ ਜੋੜੀ ਬੰਤੇ ਦੇ ਰਿਕਸ਼ੇ ਵਿੱਚ ਆ ਬੈਠੀ। ਬੰਤਾ ਟੱਪ ਲਾ ਕੇ ਰਿਕਸ਼ਾ ਚਲਾਉਣ ਲੱਗ ਪਿਆ। ਫਿਰ ਦੋਵੇਂ ਦੇਵ ਆਨੰਦ ਤੇ ਰਿਹਾਨਾ ਸੁਲਤਾਨਾ ਦੀ ਜੋੜੀ ਤੇ ਐਕਟਿੰਗ ਦੀ ਤਾਰੀਫ ਕਰਨ ਲੱਗੇ। ਫਿਰ ਉਹ ਮੱਛੀ ਦੀ ਦੁਕਾਨ ਉੱਤੇ ਰਿਕਸ਼ਾ ਰੁਕਵਾਉਂਦੇ ਹਨ। ਪਤੀ ਕੱਚੀ ਮੱਛੀ ਲੈ ਕੇ ਬੈਠਦਾ ਹੈ ਤੇ ਪਤਨੀ ਨੂੰ ਕਹਿੰਦਾ ਹੈ ਕਿ ਉਹ ਘਰ ਜਾ ਕੇ ਤਲ ਦੇਵੇ। ਫਿਰ ਪਤੀ ਦੱਸਦਾ ਹੈ ਕਿ ਕੱਲ ਉਸਨੇ ਬੈਂਕ ਆਪਣੀ ਨੌਕਰੀ ਤੇ ਨਹੀਂ ਜਾਣਾ। ਇਸ ਜੋੜੇ ਨੂੰ ਘਰ ਉਤਾਰਨ ਮਗਰੋਂ ਬੰਤਾ 2-4 ਗੇੜੇ ਹੋਰ ਲਾ ਕੇ ਘਰ ਜਾਣ ਬਾਰੇ ਸੋਚਦਾ ਹੈ। ਉਸ ਦੀਆਂ ਉਂਗਲਾਂ ਠੰਡ ਨਾਲ ਆਕੜ ਗਈਆਂ ਸਨ। ਉਹ ਚੌਂਕ ਵਿੱਚ ਬਲਦੇ ਮੁੱਢ ਕੋਲ ਹੱਥ ਸੇਕਣ ਲਈ ਰੁਕ ਜਾਂਦਾ ਹੈ। ਉਹ ਅੱਗ ਸੇਕ ਰਹੇ ਇੱਕ ਖਾਨ ਨੂੰ ਜ਼ਰਾ ਪਰੇ ਕਰਕੇ ਹੱਥ ਸੇਕਣ ਲਈ ਕਹਿੰਦਾ ਹੈ। ਉਹ ਖਾਨ ਨੂੰ ਉਸਦੇ ਦੇਸ਼ ਵਿੱਚ ਪੈਣ ਵਾਲੀ ਬਰਫ਼ ਬਾਰੇ ਪੁੱਛਦਾ ਹੈ। ਖਾਨ ਦੱਸਦਾ ਹੈ ਕਿ ਬਰਫ਼ ਰਾਤ ਦਿਨ ਪੈਂਦੀ ਹੈ, ਪਰ ਕੰਮ ਵੀ ਸਾਰੇ ਹੁੰਦੇ ਹਨ। ਖਾਨ ਦੱਸਦਾ ਹੈ ਕਿ ਬਰਫ਼ ਰੂੰ ਵਰਗੀ ਨਰਮ ਹੁੰਦੀ ਹੈ। ਉਹ ਸ਼ਹਿਰ ਵਿੱਚ ਲਾਲਿਆਂ ਦਾ ਠੇਲਾ ਚਲਾਉਂਦਾ ਹੈ। ਉਹ ਦੱਸਦਾ ਹੈ ਕਿ ਉਹ ਗਰਮੀਆਂ ਵਿੱਚ ਆਪਣੇ ਘਰ ਪੈਸੇ ਲੈ ਜਾਵੇਗਾ। ਉਹ ਇਹ ਵੀ ਦੱਸਦਾ ਹੈ ਕਿ ਉਸਦੇ ਭਰਾ ਖੇਤਾਂ ਵਿੱਚ ਕੰਮ ਕਰਦੇ ਹਨ। ਪਤਨੀ ਵੀ ਮਜ਼ਦੂਰੀ ਕਰ ਲੈਂਦੀ ਹੈ ਤੇ ਉਹ ਆਪ ਕਮਾਈ ਕਰਦਾ ਹੈ।
ਬੰਤਾ ਸੋਚਦਾ ਹੈ ਕਿ ਗੱਲ ਤਾਂ ਮਜ਼ਦੂਰੀ ਕਰਨ ਦੀ ਹੈ, ਇੱਥੇ ਕਰ ਲਈ ਜਾਂ ਉੱਥੇ। ਉਹ ਸੋਚਦਾ ਹੈ ਕਿ ਉਸਦਾ ਸਾਲਾ ਵਲੈਤ ਗਿਆ ਹੋਇਆ ਹੈ, ਜਿੱਥੇ ਉਹ ਸੌਖਾ ਹੈ। ਫਿਰ ਉਹ ਸੋਚਦਾ ਹੈ ਕਿ ਆਪਣੇ ਘਰ ਵਰਗਾ ਸੁੱਖ ਕਿਧਰੇ ਵੀ ਨਹੀਂ। ਫਿਰ ਉਹ ਆਪਣੀ ਕਮਾਈ ਬਾਰੇ ਸੋਚਦਾ ਹੈ, ਜਿਸ ਦੀ ਕੋਈ ਬਰਕਤ ਨਹੀਂ ਪੈਂਦੀ। ਫਿਰ ਉਹ ਸੋਚ ਕੇ ਸੰਤੁਸ਼ਟ ਹੁੰਦਾ ਹੈ ਕਿ ਉਹ ਆਪਣਾ ਕਮਾਉਂਦਾ ਹੈ ਤੇ ਆਪਣਾ ਖਾਂਦਾ ਹੈ, ਕਿਸੇ ਕੋਲੋਂ ਮੰਗਣ ਨਹੀਂ ਜਾਂਦਾ। ਹੁਣ ਦੁਕਾਨਾਂ ਬੰਦ ਹੋ ਰਹੀਆਂ ਦੇਖ ਬੰਤਾ ਚੱਲ ਪੈਂਦਾ ਹੈ। ਸ਼ਾਇਦ ਉਸ ਨੂੰ ਕੋਈ ਸਵਾਰੀ ਮਿਲ ਜਾਵੇ। ਉਸ ਨੂੰ ₹1.25 ਵਿੱਚ ਗ੍ਰੀਨ ਐਵੀਨਿਊ ਜਾਣ ਵਾਲੇ 2 ਪਿਓ ਪੁੱਤਰ ਮਿਲ ਜਾਂਦੇ ਹਨ। ਪਿਓ ਨੇ ਇੱਕ ਵੱਡਾ ਬੈਗ ਚੁੱਕਿਆ ਹੋਇਆ ਸੀ। ਬੰਤੇ ਨੂੰ ਜਾਪਦਾ ਹੈ ਜਿਵੇਂ ਉਹ ਨੋਟਾਂ ਦਾ ਭਰਿਆ ਹੋਵੇ। ਫਿਰ ਉਹ ਆਪਸ ਵਿੱਚ ਟੈਕਸ ਵਾਲੇ ਵੱਲ ਜਾਣ ਦੀ ਗੱਲ ਕਰਦੇ ਸਨ। ਇਹ ਵੀ ਪਤਾ ਲੱਗਦਾ ਹੈ ਕਿ ਉਹਨਾਂ ਦਾ ਕੰਮ ਕਰਨ ਲਈ ਟੈਕਸ ਵਾਲੇ ਨੇ ਰਿਸ਼ਵਤ ਮੰਗੀ ਸੀ। ਉਹ ਗੱਲਾਂ ਕਰਦੇ ਹਨ ਕਿ ਇਹ ਸਾਰੇ ਅਫਸਰ ਵਪਾਰੀਆਂ ਦੀ ਸੰਗੀ ਘੁੱਟੀ ਜਾ ਰਹੇ ਹਨ। ਫਿਰ ਉਹ ਗੱਲਾਂ ਕਰਦੇ ਹਨ ਕਿ ਅਜੇ ਤੱਕ ਗੋਦਾਮ ਵਾਲਾ ਮਾਲ ਦੁਕਾਨ 'ਤੇ ਨਹੀਂ ਲਿਆਉਣਾ, ਕਿਉਂਕਿ ਨਵੀਆਂ ਕੀਮਤਾਂ ਆਉਣ ਵਾਲੀਆਂ ਹਨ। ਇਹ ਸੁਣ ਕੇ ਬੰਤੇ ਨੂੰ ਸਮਝ ਲੱਗ ਜਾਂਦੀ ਹੈ ਕਿ ਨੋਟ ਕਿਸ ਪ੍ਰਕਾਰ ਆਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਉਸ ਕੋਲ ਵੀ ਨੋਟ ਆ ਸਕਦੇ ਹਨ। ਇਸ ਕਰਕੇ ਉਸ ਨੂੰ ਆਪਣਾ ਕੰਮ ਚੁੱਪ ਕਰਕੇ ਹੀ ਕਰਦੇ ਰਹਿਣਾ ਚਾਹੀਦਾ ਹੈ। ਐਂਡੀ ਨੂੰ ਪਿਓ ਪੁੱਤਰ ਨੂੰ ਕਹਿੰਦਾ ਹੈ ਕਿ ਉਹ ਦਵਾਈ ਦੁਕਾਨ 'ਤੇ ਹੀ ਭੁੱਲ ਆਇਆ ਹੈ, ਜਿਹੜੀ ਉਸਨੇ ਡਕਾਰ ਹਟਾਉਣ ਲਈ ਵੈਦ ਪਾਸੋਂ ਲਈ ਸੀ। ਉਹ ਦੱਸਦਾ ਹੈ ਕਿ ਡਾਕਟਰ ਦੀ ਦਵਾਈ ਤੇ ਦੁਸ਼ਾਂਦਿਆਂ ਨਾਲ ਕੁਝ ਨਹੀਂ ਬਣਦਾ। ਫਿਰ ਉਹ ਕਹਿੰਦਾ ਹੈ ਕਿ ਉਸ ਨੂੰ ਪਤਾ ਲੱਗਾ ਹੈ ਕਿ ਦਿੱਲੀ ਦਾ ਇੱਕ ਡਾਕਟਰ ਪੇਟ ਦੀ ਗੈਸ ਦਾ ਇਲਾਜ ਕਰਦਾ ਹੈ। ਉਹ ਹੁਣ ਉਸਦੇ ਕੋਲ ਜਾਵੇਗਾ। ਫਿਰ ਉਹ ਟੈਲੀਵਿਜ਼ਨ 'ਤੇ ਆਉਣ ਵਾਲੀ ਫਿਲਮ ਬਾਰੇ ਗੱਲਾਂ ਕਰਦੇ ਹਨ। ਉਹ ਗੱਲਾਂ ਕਰਦੇ ਹਨ ਕਿ ਉਹਨਾਂ ਨੂੰ ਇਸ ਕਰਕੇ ਦੇਰ ਹੋ ਗਈ, ਉਹਨਾਂ ਦੀ ਮੁਕੇਰੀਆਂ ਵਾਲੀ ਅਸਾਮੀ ਬਹੁਤ ਲੇਟ ਆਈ ਸੀ। ਉਹ ਸਮਝਦੇ ਹਨ ਕਿ ਰਿਕਸ਼ੇ ਵਾਲਾ ਰਿਕਸ਼ਾ ਬਹੁਤ ਹੌਲੀ ਚਲਾਉਂਦਾ ਹੈ ਤੇ ਇਸ ਦਾ ਕਾਰਨ ਠੰਡ ਹੈ। ਪਿਓ ਪੁੱਤਰ ਅੱਗੇ ਗਿਲਾ ਕਰਦਾ ਹੈ ਕਿ ਜਦੋਂ ਦਾ ਐਕਸੀਡੈਂਟ ਹੋਇਆ ਹੈ ਉਦੋਂ ਦਾ ਉਹ ਉਸ ਨੂੰ ਸਕੂਟਰ ਚਲਾਉਣ ਹੀ ਨਹੀਂ ਦਿੰਦਾ। ਪਿਓ ਕਹਿੰਦਾ ਹੈ ਕਿ ਅੱਗੇ ਹੀ ਉਸਦੀ ਮਸਾਂ ਜਾਨ ਬਚੀ ਸੀ, ਇਸ ਕਰਕੇ ਉਹ ਉਸ ਨੂੰ ਸਕੂਟਰ ਕਦੇ ਨਹੀਂ ਚਲਾਉਣ ਦੇਵੇਗਾ। ਫਿਰ ਉਹ ਗੱਲਾਂ ਕਰਦੇ ਹਨ ਕਿ ਉਹਨਾਂ ਦੀ ਕਾਰ ਆਉਣ ਵਾਲੀ ਹੈ, ਪਰ ਹੁਣ ਪੈਟਰੋਲ ਬਹੁਤ ਮਹਿੰਗਾ ਹੋ ਗਿਆ ਹੈ। ਇਹ ਸੁਣ ਕੇ ਬੰਤਾ ਸੋਚਦਾ ਹੈ ਕਿ ਉਸ ਨੂੰ ਵੀ ਖਰਚ ਕਰਨ ਲੱਗਿਆ ਘਬਰਾਉਣਾ ਨਹੀਂ ਚਾਹੀਦਾ। ਉਹ ਇੱਕ ਹੋਰ ਮੰਜੀ ਲਿਆਉਣ ਬਾਰੇ ਸੋਚਦਾ ਹੈ, ਕਿਉਂਕਿ ਘਰ ਵਿੱਚ ਸੌਣ ਦੀ ਬਹੁਤ ਤੰਗੀ ਹੈ। ਫਿਰ ਘਰ ਵਿੱਚ ਚੰਗੀ ਰਜਾਈ ਵੀ ਨਹੀਂ। ਇਸ ਤਰ੍ਹਾਂ ਸੋਚਦਿਆਂ ਸਵਾਰੀਆਂ ਦਾ ਟਿਕਾਣਾ ਆ ਜਾਂਦਾ ਹੈ ਤੇ ਉਹ ਪੈਸੇ ਦੇ ਕੇ ਉਤਰ ਜਾਂਦੀਆਂ ਹਨ। ਗ੍ਰੀਨ ਐਵੀਨਿਊ ਵਿੱਚ ਧੁੰਦ ਬਹੁਤ ਜ਼ਿਆਦਾ ਗਾੜੀ ਸੀ। ਹਵਾ ਵੀ ਕਾਫੀ ਤੇਜ਼ ਸੀ ਤੇ ਉਹ ਬੰਤੇ ਦੇ ਸਰੀਰ ਵਿੱਚ ਵੜਦੀ ਜਾ ਰਹੀ ਸੀ। ਉਸਨੇ ਫਤੂਹੀ ਕੁੜਤੇ ਤੋਂ ਸਵੈਟਰ ਤੋਂ ਇਲਾਵਾ ਕੋਟ ਵੀ ਪਾਇਆ ਹੋਇਆ ਸੀ। ਸਵੈਟਰ ਭਾਵੇਂ ਕਾਫੀ ਪਾਟਾ ਹੋਇਆ ਸੀ, ਪਰ ਉਸ ਦਾ ਕੋਟ ਅਜੇ ਚੰਗਾ ਸੀ। ਇਹ ਉਸਨੇ ਹਾਲ ਬਾਜ਼ਾਰ ਵਿੱਚ ਲੱਗੇ ਕੋਟਾਂ ਦੇ ਇੱਕ ਵੱਡੇ ਢੇਰ ਵਿੱਚੋਂ 3-4 ਸਾਲ ਪਹਿਲਾਂ 5 ਰੁਪਇਆਂ ਵਿੱਚ ਖਰੀਦਿਆ ਸੀ। ਉਹ ਹੋਰ ਕੋਈ ਚੰਗਾ ਕੋਟ ਖਰੀਦਣ ਬਾਰੇ ਸੋਚਦਾ ਸੀ। ਹੁਣ ਉਸ ਨੂੰ 8 ਆਨੇ ਵਿੱਚ ਕੰਪਨੀ ਬਾਗ ਜਾਣ ਵਾਲੀਆਂ ਸਵਾਰੀਆਂ ਮਿਲ ਜਾਂਦੀਆਂ ਹਨ। ਇਹ 2 ਸ਼ਾਇਰ ਸਨ, ਪਰਵੇਜ਼ ਤੇ ਅਸ਼ਕ। ਦੋਵੇਂ ਪਾਨ ਚਬਾ ਰਹੇ ਸਨ ਤੇ ਗੱਲਾਂ ਕਰ ਰਹੇ ਸਨ। ਉਹ ਰਿਕਸ਼ੇ ਵਿੱਚ ਬੈਠੇ ਮੁਸ਼ਾਇਰੇ ਬਾਰੇ ਗੱਲਾਂ ਕਰ ਲੱਗ ਪੈਂਦੇ ਹਨ, ਜੋ ਕੰਪਨੀ ਬਾਗ ਦੇ ਰਣਜੀਤ ਸਿੰਘ ਹਾਲ ਵਿੱਚ ਹੋ ਰਿਹਾ ਸੀ। ਪਰਵੇਜ਼ ਅਸ਼ਕ ਨੂੰ ਕਹਿੰਦਾ ਹੈ ਕਿ ਮੁਸ਼ਾਇਰੇ ਦੇ ਪਹਿਲੇ ਦੌਰ ਵਿੱਚ ਉਸ ਦੀ ਗਜ਼ਲ ਖੂਬ ਚਮਕੀ ਸੀ। ਉਹ ਸੋਚਦੇ ਹਨ ਕਿ ਉਹਨਾਂ ਦੇ ਪਹੁੰਚਣ ਤੱਕ ਮੁਸ਼ਾਇਰੇ ਦੇ ਦੂਜੇ ਦੌਰ ਵਿੱਚ ਉਹਨਾਂ ਦੀ ਵਾਰੀ ਆ ਜਾਵੇਗੀ। ਮੁਸ਼ਾਇਰਾ ਇੱਥੇ ਹਰ ਸਾਲ 1 ਜਨਵਰੀ ਨੂੰ ਹੁੰਦਾ ਹੈ। ਅਸ਼ਕ ਦੱਸਦਾ ਹੈ ਕਿ ਉਹ ਬੜੀ ਦੂਰ ਮੁਸ਼ਾਇਰਿਆਂ 'ਤੇ ਜਾਂਦਾ ਹੈ, ਪਰ ਦੂਜਾ ਕਹਿੰਦਾ ਹੈ ਕਿ ਉਹ ਬਹੁਤਾ ਬਾਹਰ ਨਹੀਂ ਜਾਂਦਾ, ਕਿਉਂਕਿ ਉਸ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ। ਫਿਰ ਉਹ ਗੱਲਾਂ ਕਰਦੇ ਹਨ ਕਿ ਹੁਣ ਉਰਦੂ ਵਰਗੀ ਸ਼ਾਹੀ ਜ਼ਬਾਨ ਖਤਮ ਹੁੰਦੀ ਜਾ ਰਹੀ ਹੈ ਤੇ ਉਹ ਜ਼ਮਾਨੇ ਹੁਣ ਮੁੜ ਕੇ ਆਉਣ ਦੀ ਆਸ ਵਿੱਚ ਨਹੀਂ ਲੱਗਦੇ। ਪਰਵੇਜ਼ ਕਹਿੰਦਾ ਹੈ ਕਿ ਉਹਨਾਂ ਨੂੰ ਮਜ਼ਦੂਰਾਂ ਕਿਸਾਨਾਂ ਬਾਰੇ ਵੀ ਕਵਿਤਾਵਾਂ ਲਿਖਣੀਆਂ ਚਾਹੀਦੀਆਂ ਹਨ। ਅਸ਼ਕ ਕਹਿੰਦਾ ਹੈ ਕਿ ਉਹ ਅੱਜ ਰਾਤ ਨੂੰ ਇਸ ਰਿਕਸ਼ੇ ਵਾਲੇ ਉੱਪਰ ਕਵਿਤਾ ਲਿਖੇਗਾ, ਜਿਹੜਾ ਇੰਨੀ ਠੰਡ ਵਿੱਚ ਰਿਕਸ਼ਾ ਚਲਾ ਰਿਹਾ ਹੈ। ਪਰਵੇਜ਼ ਕਹਿੰਦਾ ਹੈ ਕਿ ਜੇਕਰ ਇਹ ਮਿਹਨਤੀ ਲੋਕ ਨਾ ਹੋਣ ਤਾਂ ਜ਼ਿੰਦਗੀ ਦੇ ਕੰਮ ਰੁਕ ਜਾਣਗੇ। ਫਿਰ ਉਹ ਆਪਣੇ ਸਰਪ੍ਰਸਤ ਕੰਵਰ ਸਾਹਿਬ ਦੇ ਪਿਆਰ ਤੇ ਪ੍ਰਾਹੁਣਚਾਰੀ ਦੀ ਪ੍ਰਸ਼ੰਸਾ ਕਰਦੇ ਹਨ। ਬੰਤੇ ਨੂੰ ਉਹਨਾਂ ਦੀਆਂ ਗੱਲਾਂ ਵਿੱਚੋਂ ਕੋਈ ਸਮਝ ਨਹੀਂ ਆ ਰਹੀ ਸੀ ਕਿ ਉਹ ਕੀ ਕਹਿ ਰਹੇ ਹਨ। ਉਹ ਸੋਚਦਾ ਹੈ ਕਿ ਉਸ ਨੂੰ ਉਹਨਾਂ ਦੀਆਂ ਗੱਲਾਂ ਸਮਝਣ ਦੀ ਬਹੁਤੀ ਜ਼ਰੂਰਤ ਨਹੀਂ, ਸਗੋਂ ਆਪਣਾ ਕੰਮ ਚੁੱਪਚਾਪ ਕਰਦੇ ਜਾਣਾ ਚਾਹੀਦਾ ਹੈ।
ਆਸ਼ਕ ਬੰਦੇ ਨੂੰ ਸੰਬੋਧਨ ਕਰਦਾ ਕਹਿੰਦਾ ਹੈ, ਰਿਕਸ਼ੇ ਵਾਲੇ ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਤੇਰੇ ਬਾਰੇ ਅੱਜ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਜ਼ੋਰਦਾਰ ਕਵਿਤਾ ਲਿਖਾਂਗਾ। ਬੰਤਾ ਪੁੱਛਦਾ ਹੈ, ਉਸ ਨੂੰ ਕੀ ਫਾਇਦਾ ਹੋਵੇਗਾ? ਸ਼ਾਇਰ ਉਸ ਨੂੰ ਉੱਤਰ ਦਿੰਦਾ ਹੈ ਕਿ ਹਰ ਚੀਜ਼ ਦਾ ਫਾਇਦਾ ਨਹੀਂ ਹੁੰਦਾ, ਸਗੋਂ ਕੁਝ ਚੀਜ਼ਾਂ ਮਨ ਖੁਸ਼ ਕਰਨ ਲਈ ਵੀ ਹੁੰਦੀਆਂ ਹਨ। ਬੰਤਾ ਕਹਿੰਦਾ ਹੈ ਕਿ ਭੁੱਖੇ ਢਿੱਡ ਮਨ ਪਰਚਾਵਾ ਕਿਸ ਕੰਮ ਦਾ? ਸ਼ਾਇਰ ਉੱਤਰ ਦਿੰਦਾ ਹੈ ਕਿ ਉਸ ਨੂੰ ਢਿੱਡ ਦੀ ਗੱਲ ਛੱਡ ਕੇ ਮਨ ਦੀ ਗੱਲ ਕਰਨੀ ਚਾਹੀਦੀ ਹੈ। ਉਹ ਜਦੋਂ ਦੁਖੀ ਹੁੰਦਾ ਹੈ ਤਾਂ ਉਹ ਬਹੁਤ ਵਧੀਆ ਕਵਿਤਾ ਲਿਖ ਲੈਂਦਾ ਹੈ ਤੇ ਇਸ ਪ੍ਰਕਾਰ ਉਹਨਾਂ ਦੇ ਢਿੱਡ ਦੀ ਭੁੱਖ ਮਿਟਦੀ ਨਹੀਂ, ਪਰ ਟਲ ਜ਼ਰੂਰ ਜਾਂਦੀ ਹੈ। ਬੰਤੇ ਨੂੰ ਇਹ ਗੱਲ ਦੀ ਕੋਈ ਸਮਝ ਨਾ ਆਈ। ਉਸ ਨੂੰ ਸਾਹਮਣੇ ਰਣਜੀਤ ਸਿੰਘ ਹਾਲ ਦਿਸਣ ਲੱਗ ਪਿਆ। ਬਾਹਰ ਬਹੁਤ ਸਾਰੀਆਂ ਕਾਰਾਂ ਖੜੀਆਂ ਸਨ। ਫਿਰ ਆਸ਼ਕ ਸਾਹਿਬ ਚੁਆਨੀ ਆਪਣੀ ਜੇਬ ਵਿੱਚੋਂ ਕੱਢਦੇ ਹਨ ਤੇ ਚੁਆਨੀ ਪਰਵੇਜ਼ ਤੋਂ ਲੈ ਕੇ ਰਿਕਸ਼ੇ ਵਾਲੇ ਨੂੰ ਦਿੰਦੇ ਹਨ। ਦੋਵੇਂ ਗੱਲਾਂ ਕਰਦੇ ਹਨ ਕਿ ਕੰਵਰ ਸਾਹਿਬ ਦੀ ਮਿਹਰਬਾਨੀ ਨਾਲ ਉਹਨਾਂ ਨੂੰ ਮੁਸ਼ਾਇਰੇ ਮਗਰੋਂ ਕਾਫੀ ਪੈਸੇ ਮਿਲ ਜਾਣ ਦੀ ਆਸ ਹੈ। ਉਹਨਾਂ ਨੂੰ ਉਤਾਰ ਕੇ ਬੰਤਾ ਅੱਗੇ ਚੱਲ ਪੈਂਦਾ ਹੈ ਤੇ ਉਸ ਨੂੰ ਪਿੱਛੇ ਜਿਹੇ ਮਿਲੇ ਇਹਨਾਂ ਕਵੀਆਂ ਵਰਗਾ ਇੱਕ ਬੰਦਾ ਯਾਦ ਆਉਂਦਾ ਹੈ। ਉਹ ਮੋਟਰਾਂ ਦੇ ਅੱਡੇ ਵਿੱਚ ਜਾਣ ਲਈ ਬੰਤੇ ਦੇ ਰਿਕਸ਼ੇ ਵਿੱਚ ਬੈਠ ਜਾਂਦਾ ਸੀ। ਉਹ ਬੰਤੇ ਨੂੰ ਇੱਕ ਰਿਕਸ਼ਾ ਚਾਲਕ ਦੀ ਕਹਾਣੀ ਸੁਣਨ ਲਈ ਕਹਿੰਦਾ ਹੈ। ਬੰਤੇ ਨੇ ਉਸ ਨੂੰ ਪੁੱਛਿਆ ਕਿ ਕੀ ਉਸ ਨੇ ਕਦੀ ਰਿਕਸ਼ਾ ਚਲਾਇਆ ਹੈ? ਕਹਾਣੀਕਾਰ ਕਹਿਣ ਲੱਗਦਾ ਹੈ ਕਿ ਭਾਵੇਂ ਉਸਨੇ ਕਦੀ ਰਿਕਸ਼ਾ ਨਹੀਂ ਚਲਾਇਆ, ਪਰ ਉਹ ਸਭ ਜਾਣਦਾ ਹੈ। ਉਸਨੇ ਕਲਪਨਾ ਨਾਲ ਹੀ ਕਹਾਣੀ ਲਿਖੀ ਹੈ। ਇਹ ਕਹਾਣੀ ਇੱਕ ਸਰਕਾਰੀ ਰਸਾਲੇ ਵਿੱਚ ਛਪੀ ਸੀ, ਜਿਸ ਦੇ ਉਸਨੂੰ 30 ਰੁਪਏ ਮਿਲੇ ਸਨ। ਫਿਰ ਉਹ ਦੱਸਦਾ ਹੈ ਕਿ ਉਹ ਬੰਤੇ ਵਰਗੇ ਲੋਕਾਂ ਬਾਰੇ ਇੱਕ ਨਾਵਲ ਲਿਖ ਰਿਹਾ ਹੈ। ਬੰਤੇ ਦੇ ਪੁੱਛਣ ਤੇ ਉਹ ਦੱਸਦਾ ਹੈ ਕਿ ਨਾਵਲ ਕਈ ਕਹਾਣੀਆਂ ਜਿੰਨੀ ਲੰਮੀ ਇੱਕ ਕਹਾਣੀ ਹੁੰਦੀ ਹੈ। ਇਹ ਗੱਲਾਂ ਕਰਦਿਆਂ ਉਸ ਦਾ ਟਿਕਾਣਾ ਆ ਜਾਂਦਾ ਹੈ ਤੇ ਉਹ ਉੱਤਰ ਜਾਂਦਾ ਹੈ। ਬੰਤਾ ਉਸ ਕਹਾਣੀਕਾਰ ਦੀ ਕਹਾਣੀ ਤੇ ਨਾਵਲ ਬਾਰੇ ਤੇ ਉਹਨਾਂ ਤੋਂ ਮਿਲਣ ਵਾਲੇ ਪੈਸਿਆਂ ਬਾਰੇ ਸੋਚਦਾ ਹੈ। ਬੰਤਾ ਹੁਣ ਲਾਰੈਂਸ ਰੋਡ ਤੇ ਆ ਪਹੁੰਚਦਾ ਹੈ। ਅੱਜ ਉਸ ਨੂੰ ਉੱਥੇ ਕੋਈ ਭੀੜ ਦਿਖਾਈ ਨਹੀਂ ਦਿੰਦੀ। ਉਹ ਚੌਂਕ ਵਿੱਚ ਖੜਾ ਸੀ। ਹੁਣ ਠੰਡੀ ਵੀ ਕਾਫੀ ਹੋ ਚੁੱਕੀ ਸੀ। ਉਸ ਨੂੰ ਕੋਈ ਰਿਕਸ਼ਾ ਵੀ ਨਹੀਂ ਸੀ ਦਿਖਾਈ ਦੇ ਰਿਹਾ। ਉਹ ਗਾਂਧੀ ਗਰਾਊਂਡ ਵੱਲ ਨੂੰ ਚੱਲ ਪੈਂਦਾ ਹੈ। ਉੱਥੇ ਬਿਲਕੁਲ ਹੀ ਹਨੇਰਾ ਦਿਖਾਈ ਦਿੰਦਾ ਹੈ। ਐਨੇ ਨੂੰ ਇੱਕ ਆਵਾਜ਼ ਆਈ। ਇੱਕ ਜੈਂਟਲਮੈਨ ਸੀ, ਨਾਲ ਹੀ ਉਸ ਦੀ ਪਤਨੀ ਸੀ। ਉਹਨਾਂ ਦਾ ਸਕੂਟਰ ਖਰਾਬ ਹੋ ਗਿਆ ਸੀ। ਆਦਮੀ ਨੇ ਇੱਕ ਕੋਠੀ ਦੀ ਘੰਟੀ ਵਜਾਈ ਤੇ ਕੋਠੀ ਵਾਲਿਆਂ ਨਾਲ ਕੁਝ ਗੱਲਬਾਤ ਕਰਕੇ ਉਹਨਾਂ ਨੇ ਉਸ ਸਕੂਟਰ ਨੂੰ ਉੱਥੇ ਖੜਾ ਦਿੱਤਾ ਤੇ ਆਪ ਦੋਵੇਂ ਜਣੇ ਬੰਤੇ ਦੇ ਰਿਕਸ਼ੇ ਵਿੱਚ ਸਵਾਰ ਹੋ ਗਏ। ਛਾਉਣੀ ਕਾਫੀ ਦੂਰ ਸੀ ਤੇ ਬੰਤੇ ਉਹਨਾਂ ਨੇ ਉਸ ਨੂੰ ਕਿਹਾ ਕਿ ਉਹ ਜਿੰਨੇ ਵੀ ਪੈਸੇ ਮੰਗੇਗਾ ਉਹ ਉਸ ਨੂੰ ਦੇ ਦੇਣਗੇ। ਉਹਨਾਂ ਇੱਕ ਪਾਰਟੀ ਤੇ ਪਹੁੰਚਣਾ ਸੀ ਤੇ ਉਹਨਾਂ ਨੂੰ ਪਾਰਟੀ ਸ਼ੁਰੂ ਹੋ ਜਾਣ ਦਾ ਡਰ ਸੀ। ਪਿੱਛੇ ਬੈਠੀ ਤੀਵੀਂ ਦਾ ਹਾਸਾ ਸੁਣ ਕੇ ਬੰਤਾ ਸੋਚਦਾ ਹੈ ਕਿ ਉਸ ਦੀ ਤਾਰੂ ਤਾਂ ਹੱਸਣਾ ਹੀ ਭੁੱਲ ਗਈ ਹੈ। ਤੀਵੀਂ ਆਪਣੇ ਪਤੀ ਨੂੰ ਦੱਸਦੀ ਹੈ ਕਿ ਉਸ ਦਾ ਪਤੀ ਦਾ ਜੋ ਬਾਸ ਹੈ ਉਹ ਉਸ ਨਾਲ ਡਾਂਸ ਕਰਦਾ ਹੈ ਤਾਂ ਉਸ ਦਾ ਹਾਸਾ ਬੰਦ ਨਹੀਂ ਹੁੰਦਾ। ਪਰ ਪਤੀ ਕਹਿੰਦਾ ਹੈ ਕਿ ਉਹ ਹੱਸਿਆ ਨਾ ਕਰੇ ਕਿਉਂਕਿ ਉਸ ਦਾ ਬਾਸ ਹੈ, ਉਹ ਕਿਧਰੇ ਉਹ ਬੁਰਾ ਨਾ ਮਨਾ ਲਵੇ। ਉਹ ਚਾਹੁੰਦਾ ਹੈ ਕਿ ਅਗਲੀ ਪ੍ਰਮੋਸ਼ਨ ਹੋਣ ਤੱਕ ਉਹ ਖੂਬ ਖੁਸ਼ ਰੱਖਿਆ ਜਾਵੇ। ਫਿਰ ਉਹ ਪਤੀ ਨੂੰ ਕਹਿੰਦੀ ਹੈ ਕਿ ਉਹ ਅੱਜ ਬਹੁਤੀ ਸ਼ਰਾਬ ਨਾ ਪੀਵੇ। ਉਹ ਕਹਿੰਦਾ ਹੈ ਕਿ ਸਕੂਟਰ ਨਾ ਹੋਣ ਕਰਕੇ ਉਹ ਅੱਜ ਘਰ ਨਹੀਂ ਪਰਤ ਸਕਣਗੇ। ਉਹ ਪਤਨੀ ਨੂੰ ਕਹਿੰਦਾ ਹੈ ਕਿ ਉਹ ਬਹੁਤਾ ਰੋਸ਼ਾ ਸਾਹਿਬ ਨਾਲ ਹੀ ਡਾਂਸ ਕਰੇ ਤੇ ਉਹ ਮਿਸਿਸ ਨਾਥ ਨੂੰ ਉਸ ਦਾ ਪਾਰਟਨਰ ਨਾ ਬਣ ਦੇਵੇ, ਕਿਉਂਕਿ ਜੇਕਰ ਉਹ ਉਸ ਨਾਲ ਖੁਸ਼ ਹੋ ਗਿਆ ਤਾਂ ਮੇਰੀ ਪ੍ਰਮੋਸ਼ਨ ਨਹੀਂ ਹੋਵੇਗੀ। ਪਤਨੀ ਕਹਿੰਦੀ ਹੈ ਕਿ ਨਾ ਹੋਵੇ ਪ੍ਰਮੋਸ਼ਨ, ਮੇਰਾ ਤਾਂ ਹਾਸਾ ਹੀ ਨਹੀਂ ਰੁਕਦਾ। ਬਸ ਉਸ ਦਾ ਹੱਥ ਮੇਰੀ ਪਿੱਠ ਨਾਲ ਛੂਹਿਆ ਨਹੀਂ ਤੇ ਮੇਰਾ ਹਾਸਾ ਨਿਕਲਿਆ ਨਹੀਂ। ਉਸ ਦਾ ਪਤੀ ਉਸ ਦੀ ਇਸ ਗੱਲ ਤੇ ਨਾਰਾਜ਼ ਹੋ ਜਾਂਦਾ ਹੈ, ਪਰ ਪਤਨੀ ਉਸ ਨੂੰ ਬੇਫਿਕਰ ਹੋਣ ਲਈ ਕਹਿੰਦੀ ਹੈ। ਫਿਰ ਪਤਨੀ ਉਸ ਨੂੰ ਤਾਨਾ ਦਿੰਦੀ ਹੈ ਕਿ ਉਸਨੇ ਨਿਊ ਈਅਰ ਡੇ ਤੇ ਹੀਰਿਆਂ ਦਾ ਹਾਰ ਨਹੀਂ ਲਿਆ ਕੇ ਦਿੱਤਾ। ਪਤੀ ਕਹਿੰਦਾ ਹੈ ਕਿ ਉਸ ਦਾ ਵਾਅਦਾ ਪੱਕਾ ਹੈ ਕਿ ਉਹ ਉਸ ਨੂੰ ਹਾਰ ਲਿਆ ਕੇ ਦੇਵੇਗਾ। ਉਹਨਾਂ ਦੀਆਂ ਗੱਲਾਂ ਸੁਣ ਕੇ ਬੰਤੇ ਦਾ ਮਨ ਬਹੁਤ ਦੁਖੀ ਹੋਇਆ। ਉਸ ਦਾ ਦਿਲ ਕੀਤਾ ਕਿ ਉਹ ਜ਼ੋਰ ਦੀ ਬ੍ਰੇਕਾਂ ਲਾ ਕੇ ਦੋਹਾਂ ਨੂੰ ਹੇਠਾਂ ਸੁੱਟ ਦੇਵੇ। ਫਿਰ ਅਗਲਾ ਮੋੜ ਮੁੜ ਕੇ ਤੀਜੀ ਕੋਠੀ ਅੱਗੇ ਉਸਨੇ ਰਿਕਸ਼ਾ ਰੁਕਵਾ ਲਿਆ। ਉਹਨਾਂ ਨੇ ਬੰਤੇ ਨੂੰ ਪੈਸੇ ਦਿੱਤੇ ਤੇ ਕੋਠੀ ਦੇ ਅੰਦਰ ਪਹੁੰਚ ਗਏ। ਉੱਥੇ ਹੋਰ ਕਾਰਾਂ ਵੀ ਆ ਰਹੀਆਂ ਸਨ। ਬਾਹਰ ਵਰਦੀ ਵਾਲਾ ਇੱਕ ਆਦਮੀ ਗੇਟ ਤੇ ਖੜਾ ਸੀ। ਉਹ ਗੇਟ ਖੋਲ ਕੇ ਸਭ ਨੂੰ ਅੰਦਰ ਲੰਘਾ ਰਿਹਾ ਸੀ। ਕੋਠੀ ਦੇ ਅੰਦਰ ਸਾਜ਼ ਵੱਜ ਰਹੇ ਸਨ। ਬੰਤਾ ਗੇਟ ਵਾਲੇ ਨੂੰ ਪੁੱਛਦਾ ਹੈ ਕਿ ਕੀ ਕਿਸੇ ਨੇ ਜਾਣਾ ਨਹੀਂ। ਬੰਤੇ ਦਾ ਖਿਆਲ ਸੀ ਕਿ ਸ਼ਾਇਦ ਕੋਈ ਸਵਾਰੀ ਮਿਲ ਜਾਵੇ। ਗੇਟ ਵਾਲਾ ਉਸ ਨੂੰ ਕਹਿੰਦਾ ਹੈ ਕਿ ਅਜੇ ਕਿਸੇ ਨੇ ਨਹੀਂ ਜਾਣਾ, ਇਸ ਕਰਕੇ ਉਹ ਚਲਾ ਜਾਵੇ। ਬੰਤੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ।
ਉਹ ਸੋਚਦਾ ਹੈ ਕਿ ਜੇਕਰ ਉਸਨੂੰ ਸ਼ਹਿਰ ਵਿੱਚ ਕੋਈ ਸਵਾਰੀ ਮਿਲ ਜਾਵੇ ਤਾਂ ਚੰਗਾ ਹੈ। ਉਹ ਸੋਚਦਾ ਹੈ ਕਿ ਉਸਨੂੰ ਹਰ ਸਮੇਂ ਪੈਸਿਆਂ ਬਾਰੇ ਨਹੀਂ ਸੋਚਣਾ ਚਾਹੀਦਾ, ਕਿਉਂਕਿ ਜੇਕਰ ਕਿਧਰੇ ਉਸਨੂੰ ਠੰਡ ਲੱਗ ਗਈ ਤਾਂ ਅਗਲੀ ਪਿਛਲੀ ਕਸਰ ਨਿਕਲ ਜਾਵੇਗੀ। ਫਿਰ ਉਹ ਪਿਛਲੇ ਸਾਲ ਦੀ ਬਿਮਾਰੀ ਬਾਰੇ ਸੋਚਦਾ ਹੈ। ਉਹ ਉਹਨਾਂ ਦਿਨਾਂ ਵਿੱਚ ਤਾਰੋ ਦੁਆਰਾ ਕੀਤੀ ਸੇਵਾ ਨੂੰ ਯਾਦ ਕਰਦਾ ਹੈ। ਉਹ ਸਮਝਦਾ ਹੈ ਕਿ ਬੰਦਾ ਹੀ ਬੰਦੇ ਦੀ ਦਾਰੂ ਹੈ। ਉਸਨੂੰ ਦੂਸਰੀ ਕੁੜੀ ਪਿੱਛੋਂ ਤਾਰੋ ਦੀ ਬਿਮਾਰੀ ਦਾ ਖਿਆਲ ਆਉਂਦਾ ਹੈ, ਜਿਸ ਤੋਂ ਉਹ ਮਰਦੀ ਮਰਦੀ ਬਚੀ ਸੀ। ਉਦੋਂ ਦਾ ਉਸਦਾ ਰੰਗ ਬੱਗਾ ਹੈ ਤੇ ਹੱਡ ਨਿਕਲ ਆਏ ਹਨ। ਉਹ ਚਾਹੁੰਦਾ ਹੈ ਕਿ ਉਹ ਖਾਵੇ ਪੀਵੇ ਅਤੇ ਆਪਣੀ ਸਿਹਤ ਬਣਾਵੇ। ਫਿਰ ਉਹ ਭਈਏ ਤੋਂ ਬੀੜੀ ਦਾ ਬੰਡਲ ਲੈਂਦਾ ਹੈ ਤੇ ਚਾਹ ਦਾ ਕੱਪ ਪੀਂਦਾ ਹੈ। ਉਹ 2 ਬਿਸਕੁਟ ਵੀ ਖਾਂਦਾ ਹੈ। ਫਿਰ ਉਹ ਦੋਵੇਂ ਪੈਰ ਹੀ ਸਰਦੀ ਬਾਰੇ ਗੱਲਾਂ ਕਰਦੇ ਹਨ। ਇੰਨੇ ਨੂੰ ਸਾਈਕਲ ਤੇ ਆਇਆ ਇੱਕ ਬੰਦਾ ਭਈਏ ਤੋਂ ਸੋਡੇ ਦੀਆਂ 6 ਬੋਤਲਾਂ ਮੰਗਦਾ ਹੈ। ਭਈਆ ਬੰਤੇ ਨੂੰ ਦੱਸਦਾ ਹੈ ਕਿ ਛਾਉਣੀ ਹੋਣ ਕਰਕੇ ਉੱਥੇ ਵੱਡੇ ਵੱਡੇ ਸਾਹਿਬ ਲੋਕ ਰਹਿੰਦੇ ਹਨ ਤੇ ਪਾਰਟੀਆਂ ਹੁੰਦੀਆਂ ਰਹਿੰਦੀਆਂ ਹਨ। ਸਾਹਿਬ ਲੋਕ ਮੌਜਾਂ ਲੈਂਦੇ ਹਨ। ਬੰਤੇ ਦੇ ਪੁੱਛਣ ਤੇ ਭਈਆ ਦੱਸਦਾ ਹੈ ਕਿ ਉਹ ਸ਼ਰਾਬ ਬਿਲਕੁਲ ਨਹੀਂ ਪੀਂਦਾ। ਉਹ ਦੱਸਦਾ ਹੈ ਕਿ ਜਦੋਂ ਉਹ ਪਾਨ ਸਿਗਰਟਾਂ ਲੈਣ ਆਉਂਦੇ ਹਨ ਤਾਂ ਉਹਨਾਂ ਕੋਲੋਂ ਬਹੁਤ ਬੂ ਆਉਂਦੀ ਹੈ। ਬੰਤੇ ਨੂੰ ਚਾਹ ਪੀਂਦਿਆਂ ਤੇ ਬੀੜੀ ਪੀਂਦਿਆਂ ਨਸ਼ਾ ਜਿਹਾ ਆ ਜਾਂਦਾ ਹੈ। ਉਹ ਸੋਚਦਾ ਹੈ ਕਿ ਉਸਨੂੰ ਕਿਸੇ ਦੇ ਕੰਮ ਨਾਲ ਕੀ ਆਪਣਾ ਕੰਮ ਕਰਨਾ ਚਾਹੀਦਾ ਹੈ। ਉਸਨੂੰ ਹਨੇਰੇ ਤੇ ਦਰਖਤਾਂ ਦੀਆਂ ਕਤਾਰਾਂ ਵਿੱਚ ਘਿਰੀ ਹੋਈ ਲੰਮੀ ਸੜਕ ਦਿਖਾਈ ਦਿੰਦੀ ਹੈ। ਉਹ ਘਰ ਨੂੰ ਜਾਣ ਦਾ ਫਿਕਰ ਕਰਦਾ ਹੈ। ਉਸਨੂੰ ਯਾਦ ਆਉਂਦਾ ਹੈ ਕਿ ਇੱਕ ਵਾਰ ਉਸਦੀ ਕਾਰ ਨਾਲ ਟੱਕਰ ਹੋ ਗਈ ਸੀ ਤੇ ਉਹ ਕਿੰਨਾ ਚਿਰ ਸੜਕ ਉੱਤੇ ਬੇਹੋਸ਼ ਪਿਆ ਰਿਹਾ। ਫਿਰ ਉਸਨੂੰ ਕੋਈ ਚੁੱਕ ਕੇ ਹਸਪਤਾਲ ਛੱਡ ਆਇਆ ਸੀ, ਜਿੱਥੇ ਉਸਨੂੰ ਤੜਕਸਾਰ ਹੋਸ਼ ਆਈ ਸੀ। ਘਰ ਕਿਸੇ ਨੂੰ ਪਤਾ ਨਹੀਂ ਸੀ ਤੇ ਉਸਦੀ ਪਤਨੀ ਸਾਰੀ ਰਾਤ ਜਾਗ ਕੇ ਉਸਦੀ ਉਡੀਕ ਕਰਦੀ ਰਹੀ ਤੇ ਬੱਚੇ ਵੀ ਰੋਂਦੇ ਰਹੇ ਸਨ। ਦੂਜੇ ਦਿਨ ਸ਼ਾਮ ਨੂੰ ਉਸਨੂੰ ਪਤਾ ਲੱਗਾ ਕਿ ਕੁੱਛੜ ਵਾਲੀ ਕੁੜੀ ਨੂੰ ਚੁੱਕ ਕੇ ਉਹ ਰੋਂਦੀ ਹੋਈ ਆਈ ਸੀ। ਬੰਤੇ ਨੂੰ ਗੁੱਝੀਆਂ ਸੱਟਾਂ ਲੱਗੀਆਂ ਸਨ ਤੇ ਸਿਰ ਪਰਨੇ ਡਿੱਗਣ ਕਰਕੇ ਉਹ ਬੇਹੋਸ਼ ਹੋ ਗਿਆ ਸੀ। ਉਦੋਂ ਦਾ ਤਾਰੂ ਦਾ ਦਿਲ ਬਹੁਤ ਛੋਟਾ ਹੋ ਗਿਆ ਸੀ। ਬਹੁਤੀ ਦੇਰ ਹੋ ਜਾਵੇ ਤਾਂ ਉਸਦੀ ਪਤਨੀ ਘਬਰਾ ਜਾਂਦੀ ਸੀ ਤੇ ਰੋਣ ਲੱਗ ਪੈਂਦੀ ਸੀ। ਫਿਰ ਉਹ ਸੋਚਦਾ ਹੈ ਕਿ ਟੱਕਰਾਂ ਕਿਹੜੀਆਂ ਰੋਜ਼-ਰੋਜ਼ ਲੱਗਦੀਆਂ ਹਨ, ਇਹ ਤਾਂ ਚਾਂਸ ਦੀ ਗੱਲ ਹੈ। ਉਦੋਂ ਬੰਤੇ ਦੀ ਮਦਦ ਲਈ ਕੋਈ ਨਹੀਂ ਸੀ ਦੌੜਿਆ, ਪਰ ਉਸਦੀ ਔਖੀ ਘੜੀ ਲੰਘ ਹੀ ਗਈ ਸੀ। ਉਹ ਸੋਚਦਾ ਹੈ ਕਿ ਉਸਨੂੰ ਕਿਸੇ ਉੱਤੇ ਹਿਰਖ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਵੀ ਕਿਸੇ ਦਾ ਕੁਝ ਨਹੀਂ ਸਵਾਰਦਾ। ਫਿਰ ਜੇਕਰ ਕਿਤੇ ਉਹ ਕੰਮ ਆ ਸਕੇ ਤਾਂ ਪਿੱਛੇ ਨਹੀਂ ਹਟਦਾ। ਫਿਰ ਉਸਨੂੰ ਹਸਪਤਾਲ ਦੀ ਇੱਕ ਘਟਨਾ ਯਾਦ ਆਉਂਦੀ ਹੈ। 5-7 ਬੰਦੇ ਤੇ 2-3 ਤੀਵੀਆਂ ਇੱਕ ਜਨਾਨੀ ਨੂੰ ਸਟ੍ਰੈਚਰ ਉੱਤੇ ਪਾ ਲੈਂਦੀਆਂ ਹਨ। ਉਹ ਜਨਾਨੀ ਦਾ ਵੱਡਾ ਆਪਰੇਸ਼ਨ ਹੋਣਾ ਸੀ। ਡਾਕਟਰ ਨੇ ਖੂਨ ਦੀ ਮੰਗ ਕੀਤੀ, ਪਰ ਕੋਈ ਵੀ ਖੂਨ ਦੇਣ ਲਈ ਤਿਆਰ ਨਾ ਹੋਇਆ। ਉਹ ਕਹਿ ਰਹੇ ਸਨ ਕਿ ਪੈਸੇ ਜਿੰਨੇ ਮਰਜ਼ੀ ਲੈ ਲਓ, ਪਰ ਖੂਨ ਨਹੀਂ ਦੇ ਸਕਦੇ। ਡਾਕਟਰ ਨੇ ਨਾ ਕਰ ਦਿੱਤੀ ਤੇ ਖੂਨ ਮੰਗਿਆ। ਫਿਰ ਉਹ ਬਾਹਰ ਆ ਗਏ। ਉੱਥੇ 2-3 ਰਿਕਸ਼ੇ ਵਾਲੇ ਖੜੇ ਸਨ। ਉਹ ਬੰਤੇ ਨੂੰ 100 ਦਾ ਨੋਟ ਫੜਾਈ ਜਾਣ ਤੇ ਖੂਨ ਦੇਣ ਲਈ ਕਹਿਣ। ਬੰਤੇ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਉੱਤੇ ਤਰਸ ਖਾ ਕੇ ਖੂਨ ਦੇਣ ਲਈ ਤਿਆਰ ਹੋ ਗਿਆ। ਬੰਤੇ ਨੇ ਖੂਨ ਦਿੱਤਾ ਤੇ ਪਿੱਛੋਂ ਦੁੱਧ ਪੀਤਾ। ਉਸਨੇ ਸੋਚਿਆ ਕਿ ਹੁਣ ਉਹ 2-3 ਦਿਨ ਕੰਮ ਨਹੀਂ ਕਰ ਸਕੇਗਾ, ਇਸ ਕਰਕੇ ਘਰ ਦਾ ਗੁਜ਼ਾਰਾ ਚਲਾਉਣ ਲਈ ਪੈਸੇ ਲੈ ਲੈਣੇ ਠੀਕ ਹੀ ਹਨ। ਉਸਨੇ ਸੋਚਿਆ ਕਿ ਜੇਕਰ ਉਹ ਦੁਬਾਰਾ ਕਹਿਣਗੇ ਤਾਂ ਕੁਝ ਨਾ ਕੁਝ ਪੈਸੇ ਲੈ ਲਵੇਗਾ। ਉਹ ਸਾਰੇ ਜਣੇ ਆਪਰੇਸ਼ਨ ਵਾਲੇ ਕਮਰੇ ਦੇ ਬਾਹਰ ਖੜੇ ਸਨ ਤੇ ਇੱਕ ਨਰਸ ਨੇ ਆ ਕੇ ਉਸਦੇ ਮੁੰਡਾ ਹੋਣ ਦੀ ਵਧਾਈ ਦਿੱਤੀ। ਬੰਤੇ ਨੇ ਵੀ ਆਪਣੇ ਵੱਲੋਂ ਵਧਾਈ ਦਿੱਤੀ, ਪਰ ਉਹਨਾਂ ਉਸਨੂੰ ਕੁਝ ਨਾ ਦਿੱਤਾ। ਰਿਕਸ਼ੇ ਕੋਲ ਆ ਕੇ ਉਸਨੂੰ ਇੱਕ ਚੱਕਰ ਜਿਹਾ ਆਇਆ ਤੇ ਉਹ ਰਿਕਸ਼ੇ ਦੀ ਪਿਛਲੀ ਸੀਟ ਤੇ ਬੈਠ ਗਿਆ। ਕੁਝ ਸਵਾਰੀਆਂ ਨੇ ਉਸਨੂੰ ਜਾਣ ਲਈ ਪੁੱਛਿਆ, ਪਰ ਉਸਨੇ ਨਾ ਕਰ ਦਿੱਤੀ ਤੇ ਅੰਤ ਘਰ ਪਰਤ ਆਇਆ। ਘਰ ਆ ਕੇ ਉਸਨੇ ਰੋਟੀ ਖਾਧੀ ਤੇ ਚਾਹ ਪੀ ਕੇ ਸੌਂ ਗਿਆ। ਤਾਰੂ ਘਬਰਾਈ ਹੋਈ ਸੀ। ਉਹ ਇਹ ਸੁਣ ਕੇ ਰੋਣ ਲੱਗ ਪਈ ਕਿ ਉਸਨੇ ਖੂਨ ਦੇਣ ਦੇ ਬਦਲੇ ਕੁਝ ਨਹੀਂ ਲਿਆ। ਉਸ ਦਿਨ ਬੰਤਾ ਘਰ ਹੀ ਰਿਹਾ ਤੇ ਅਗਲੇ ਦਿਨ ਫਿਰ ਉਹ ਕੰਮ ਤੇ ਚੱਲ ਪਿਆ। ਬੰਤਾ ਇਹਨਾਂ ਪੁਰਾਣੀਆਂ ਗੱਲਾਂ ਨੂੰ ਸੋਚਣਾ ਬੰਦ ਕਰਕੇ ਘਰ ਨੂੰ ਚੱਲ ਪੈਂਦਾ ਹੈ। ਰਾਹ ਵਿੱਚ ਉਸਨੂੰ ਇੱਕ ਆਦਮੀ ਮਿਲਦਾ ਹੈ ਜਿਸ ਨੇ ਸ਼ਰਾਬ ਦੀ ਬੋਤਲ ਹੱਥ ਵਿੱਚ ਫੜੀ ਹੋਈ ਸੀ। ਬੰਤਾ ਉਸ ਕੋਲੋਂ ਚੁੱਪ ਕਰਕੇ ਲੰਘ ਜਾਣਾ ਚਾਹੁੰਦਾ ਸੀ, ਪਰ ਉਹ ਆਦਮੀ ਉਸਨੂੰ ਆਵਾਜ਼ ਮਾਰ ਕੇ ਉਸ ਨਾਲ ਬੜੀ ਹੀ ਕੁਰਕਤੀ ਨਾਲ ਬੋਲਦਾ ਹੈ ਤੇ ਉਸਨੂੰ ਕਹਿੰਦਾ ਹੈ ਕਿ ਉਹ ਵੱਡਾ ਇੰਸਪੈਕਟਰ ਹੈ, ਇਸ ਕਰਕੇ ਉਹ ਉਸਨੂੰ ਬਾਹੋਂ ਫੜ ਕੇ ਰਿਕਸ਼ੇ ਵਿੱਚ ਬਿਠਾਵੇ। ਫਿਰ ਉਹ ਰਿਕਸ਼ੇ ਵਿੱਚ ਬੈਠੇ ਬੰਤੇ ਨੂੰ ਇਹ ਵੀ ਨਹੀਂ ਦੱਸਦਾ ਕਿ ਉਸਨੇ ਜਾਣਾ ਕਿੱਥੇ ਹੈ, ਸਗੋਂ ਉਸਨੂੰ ਕਹਿੰਦਾ ਹੈ ਕਿ ਸਿੱਧੀ ਤਰ੍ਹਾਂ ਰਿਕਸ਼ਾ ਚਲਾਈ ਜਾਵੇ। ਬੰਤਾ ਉਸ ਨਾਲ ਬਹੁਤਾ ਖੈਬੜਨਾ ਨਹੀਂ ਸੀ ਚਾਹੁੰਦਾ। ਰੇਲ ਦਾ ਪੁਲ ਆਉਣ ਤੇ ਬੰਤਾ ਉਤਰ ਕੇ ਰਿਕਸ਼ਾ ਰੇੜਨ ਲੱਗਾ ਤੇ ਉਸ ਦਾ ਸਵਾਰ ਕਦੇ-ਕਦੇ ਬੋਤਲ ਦੀ ਘੁੱਟ ਪੀ ਲੈਂਦਾ ਸੀ। ਸ਼ਰਾਬ ਉਸ ਦੇ ਕੱਪੜਿਆਂ ਤੇ ਡੁੱਲ ਚੁੱਕੀ ਸੀ ਤੇ ਉਸ ਦੀ ਪੱਗ ਵੀ ਢਿੱਲੀ ਹੋਈ ਪਈ ਸੀ।
ਪੁਲ ਉੱਤੇ ਪਹੁੰਚ ਕੇ ਬੰਤਾ ਰਿਕਸ਼ੇ ਉੱਪਰ ਚੜ੍ਹਨ ਹੀ ਲੱਗਿਆ ਸੀ ਕਿ ਸਵਾਰ ਕਹਿਣ ਲੱਗਾ ਕਿ ਉਹ ਉਸਨੂੰ ਕਿੱਧਰ ਲੈ ਆਇਆ ਹੈ। ਉਸਨੇ ਤਾਂ ਮਾਡਲ ਟਾਊਨ ਜਾਣਾ ਹੈ। ਬੰਤਾ ਚੁੱਪ ਕਰ ਗਿਆ। ਉਸਨੂੰ ਬਹੁਤ ਗੁੱਸਾ ਆਇਆ ਪਰ ਉਹ ਬੇਵੱਸ ਸੀ। ਉਸਨੇ ਬੰਤੇ ਨੂੰ ਕਿਹਾ ਕਿ ਉਹ ਰਿਕਸ਼ਾ ਰੋਕੇ ਤੇ ਉਸਨੇ ਪਿਸ਼ਾਬ ਕਰਨਾ ਹੈ। ਫਿਰ ਉਹ ਬੰਤੇ ਨੂੰ ਕਹਿਣ ਲੱਗਾ ਕਿ ਉਹ ਉਸਨੂੰ ਫੜ ਕੇ ਪਿਸ਼ਾਬ ਕਰਵਾਏ। ਪਿਸ਼ਾਬ ਕਰਨ ਮਗਰੋਂ ਉਸਨੇ ਕਿੰਨੀ ਦੇਰ ਬਟਨ ਬੰਦ ਕਰਦਿਆਂ ਹੀ ਲਾ ਦਿੱਤੇ। ਫਿਰ ਬੰਤੇ ਨੂੰ ਬਟਨ ਬੰਦ ਕਰਨ ਲਈ ਕਿਹਾ। ਬੰਤੇ ਨੇ ਕਿਹਾ ਕਿ ਉਸੇ ਤਰ੍ਹਾਂ ਹੀ ਰਹਿਣ ਦੇਵੇ। ਫਿਰ ਉਹ ਰਿਕਸ਼ੇ ਵਿੱਚ ਬੈਠ ਕੇ ਉਸਨੂੰ ਦੱਸਦਾ ਹੈ ਕਿ ਉਸਨੂੰ ਕਾਰਖਾਨੇਦਾਰ ਨੇ ਧੋਖਾ ਦਿੱਤਾ ਹੈ, ਜਿਸ ਨੇ ਉਸਨੂੰ 500 ਕਹਿ ਕੇ 300 ਹੀ ਦਿੱਤੇ ਹਨ। ਇਹ 300 ਤਾਂ ਉਸਦਾ ਅਫਸਰ ਲੈ ਜਾਵੇਗਾ। ਬੰਤਾ ਪੁੱਛਦਾ ਹੈ ਕਿ ਉਸਨੇ ਕਿਹੜੀ ਗਲੀ ਮੁੜਨਾ ਹੈ। ਇੰਸਪੈਕਟਰ ਕਹਿੰਦਾ ਹੈ ਕਿ ਜਿਸ ਵਿੱਚ ਉਹ ਰਹਿੰਦਾ ਹੈ। ਬੰਤਾ ਪੁੱਛਦਾ ਹੈ ਕਿ ਉਹ ਕੌਣ। ਇੰਸਪੈਕਟਰ ਕਹਿੰਦਾ ਹੈ ਬਕਵਾਸ ਨਾ ਕਰ, ਚੱਲੀ ਜਾ। ਬੰਤੇ ਨੂੰ ਬਹੁਤ ਗੁੱਸਾ ਆਇਆ ਪਰ ਉਹ ਫਿਰ ਬੇਬਸ ਸੀ। ਫਿਰ ਉਹ ਹੌਸਲਾ ਕਰਕੇ ਉਸਨੂੰ ਕਹਿਣ ਲੱਗਾ ਕਿ ਉਹ ਉੱਤਰ ਜਾਵੇ, ਭਾਵੇਂ ਉਹ ਗਲੀ ਆਈ ਜਾਂ ਨਹੀਂ। ਇਹ ਸੁਣ ਕੇ ਇੰਸਪੈਕਟਰ ਬੜੀ ਨਰਮੀ ਨਾਲ ਪੇਸ਼ ਆਉਂਦਾ ਹੋਇਆ ਕਹਿੰਦਾ ਹੈ, ਵੀਰਾ ਮੇਰਿਆ, ਗੁੱਸਾ ਨਹੀਂ ਕਰੀਦਾ, ਆ ਲੈ ਫੜ ਤੂੰ ਪੀ ਘੁੱਟ। ਵੀਰ ਮੇਰਿਆ ਸ਼ਬਦ ਸੁਣ ਕੇ ਬੰਤੇ ਦਾ ਗੁੱਸਾ ਘਟ ਗਿਆ। ਉਸ ਦੁਆਰਾ ਬਦੋ-ਬਦੀ ਮੂੰਹ ਨਾਲ ਬੋਤਲ ਲਾਉਣ ਤੇ ਬੰਤੇ ਨੇ ਕੁਝ ਸ਼ਰਾਬ ਪੀ ਲਈ। ਬੰਤਾ ਸ਼ਰਾਬ ਘੱਟ ਹੀ ਪੀਂਦਾ ਸੀ। ਉਸਨੇ ਪਿਛਲੇ ਸਾਲ ਆਪਣੇ ਸਾਲੇ ਦੇ ਮੁੰਡੇ ਦੀ ਮੰਗਣੀ ਤੇ ਸ਼ਰਾਬ ਪੀਤੀ ਸੀ। ਇੱਕ ਵਾਰ ਘਰ ਜਾਂਦਾ ਉਹ ਮੀਂਹ ਵਿੱਚ ਬਹੁਤ ਭਿੱਜ ਗਿਆ ਸੀ ਤੇ ਜਾਂਦਾ ਹੋਇਆ ਪਊਆ ਲੈ ਗਿਆ ਸੀ। ਜਾਂਦੇ ਨੂੰ ਤਾਰੋ ਪੈ ਗਈ ਸੀ ਕਿ ਘਰ ਟੁੱਕਰ ਨਹੀਂ ਖਾਣ ਨੂੰ ਤੇ ਬੋਤਲਾਂ ਪੀਂਦਾ ਫਿਰਦਾ ਹੈ। ਬੰਤੇ ਨੇ ਚੁੱਪ ਕਰਕੇ ਬੋਤਲ ਰੱਖ ਦਿੱਤੀ ਤੇ ਸਵੇਰੇ ਉਸੇ ਦੁਕਾਨ ਵਾਲੇ ਨੂੰ 4 ਆਨੇ ਕਟਾ ਕੇ ਵਾਪਸ ਕਰ ਦਿੱਤੀ। ਇੰਸਪੈਕਟਰ ਨੇ 2-3 ਘੁੱਟ ਆਪ ਵੀ ਪੀ ਕੇ ਬੰਤੇ ਨੂੰ ਬੋਤਲ ਫੜਾ ਦਿੱਤੀ। ਬੰਤੇ ਨੇ ਕਿਹਾ ਕਿ ਉਹ ਆਪ ਹੀ ਪੀ ਲਵੇ। ਉਸਨੇ ਨਹੀਂ ਪੀਣੀ, ਪਰ ਉਹ ਕਹਿਣ ਲੱਗਾ ਕਿ ਮੈਂ ਨਹੀਂ ਪੀਣੀ ਹੋਰ, ਮੈਂ ਨਹੀਂ ਪੀਣੀ ਹੋਰ। ਉਹ ਇੱਕ ਹੱਥ ਉੱਪਰ ਚੁੱਕ ਕੇ ਤੇ ਦੂਸਰਾ ਹੱਥ ਲੱਕ ਉੱਤੇ ਰੱਖ ਕੇ ਨੱਚਣ ਲੱਗ ਪਿਆ। ਇਸ ਪ੍ਰਕਾਰ ਉਹ ਨੱਚਦਾ ਹੋਇਆ ਰਿਕਸ਼ੇ ਤੋਂ ਥੋੜ੍ਹੀ ਦੂਰ ਚਲਾ ਗਿਆ ਤੇ ਬੰਤਾ ਰਿਕਸ਼ੇ ਦੀ ਸੀਟ ਉੱਪਰ ਬੈਠਾ ਹੱਸ ਰਿਹਾ ਸੀ। ਨਾਲ ਹੀ ਉਹ ਘੁੱਟ-ਘੁੱਟ ਕਰਕੇ ਸ਼ਰਾਬ ਪੀਂਦਾ ਰਿਹਾ। ਸ਼ਰਾਬ ਬੰਤੇ ਨੂੰ ਚੜ੍ਹਦੀ ਜਾ ਰਹੀ ਸੀ। ਆਖਰੀ ਘੁੱਟ ਪੀ ਕੇ ਉਸਨੇ ਬੋਤਲ ਵਗਾ ਕੇ ਪਰਾਂ ਮਾਰੀ। ਫਿਰ ਉਸਨੇ ਇੰਸਪੈਕਟਰ ਨੂੰ ਕਿਹਾ, ਬੈਠੋ ਸਰਦਾਰ ਜੀ, ਚੱਲੀਏ ਹੁਣ। ਬੰਤੇ ਦੇ ਪੁੱਛਣ ਤੇ ਉਸਨੇ ਦੱਸਿਆ ਕਿ ਉਸਨੇ 4 ਨੰਬਰ ਗਲੀ ਵਿੱਚ ਜਾਣਾ ਹੈ। ਉਸ ਗਲੀ ਵਿੱਚ ਬਹੁਤ ਹਨੇਰਾ ਸੀ। ਚੱਲਦਿਆਂ ਚੱਲਦਿਆਂ ਉਹ ਗਲੀ ਖਤਮ ਹੋ ਗਈ ਤੇ ਅੱਗੇ ਸੱਜੇ ਹੱਥ ਮੁੜਦੀ ਸੀ। ਮੋੜ ਮੁੜਦਿਆਂ ਹੀ ਉਹ ਰਿਕਸ਼ੇ ਵਿੱਚੋਂ ਉਤਰ ਕੇ ਸਾਹਮਣੇ ਘਰ ਜਾ ਵੜਿਆ। ਉਸਦੀ ਘੰਟੀ ਵਜਾਈ ਤੇ ਇੱਕ ਜਨਾਨੀ ਨੇ ਬੂਹਾ ਖੋਲ੍ਹਿਆ ਤੇ ਮੁਸਕਰਾ ਪਈ। ਇੰਸਪੈਕਟਰ ਅੰਦਰ ਚਲਾ ਗਿਆ ਤੇ ਜਨਾਨੀ ਬੂਹਾ ਬੰਦ ਕਰ ਗਈ। ਬੰਤਾ ਥੋੜ੍ਹੀ ਦੇਰ ਇਸ ਆਸ ਵਿੱਚ ਬਾਹਰ ਹੀ ਖੜਾ ਰਿਹਾ ਕਿ ਸ਼ਾਇਦ ਉਹ ਕਿਸੇ ਦੇ ਹੱਥ ਪੈਸੇ ਭੇਜੇਗਾ, ਪਰ ਫਿਰ ਅੰਦਰ ਵਾਲੀ ਬੱਤੀ ਵੀ ਬੰਦ ਹੋ ਗਈ। ਬੰਤੇ ਨੇ 2-3 ਵਾਰ ਦਰਵਾਜ਼ਾ ਖਟਖੜਾਇਆ ਤੇ ਉਸਨੇ ਆਵਾਜ਼ ਵੀ ਦਿੱਤੀ, ਪਰ ਅੰਦਰੋਂ ਕੋਈ ਨਾ ਕੁਸਕਿਆ। ਐਨੇ ਨੂੰ ਇੱਕ ਕੁੱਤਾ ਭੌਂਕਣ ਲੱਗਾ। ਬੰਤੇ ਨੇ ਉਸਨੂੰ ਜੁੱਤੀ ਨਾਲ ਮਾਰਿਆ ਤੇ ਉਹ ਪਿੱਛੇ ਹਟ ਗਿਆ। ਫਿਰ ਬੰਤੇ ਨੂੰ ਕਿੰਨੀ ਦੇਰ ਜੁੱਤੀ ਨਾ ਲੱਭੀ। ਅੰਤ ਜੁੱਤੀ ਲੱਭਣ ਪਿੱਛੋਂ ਰਿਕਸ਼ਾ ਲੈ ਕੇ ਚੱਲ ਪਿਆ। ਬੰਤੇ ਨੂੰ ਬਹੁਤ ਦੁੱਖ ਸੀ ਕਿ ਉਸਨੇ ਉਸਨੂੰ ਥੋੜ੍ਹੀ ਜਿਹੀ ਸ਼ਰਾਬ ਨਾਲ ਹੀ ਟਰਕਾ ਦਿੱਤਾ ਹੈ, ਪਰ ਉਸਨੂੰ ਨਸ਼ਾ ਚੰਗਾ ਆ ਗਿਆ ਸੀ। ਉਸਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਜਿਵੇਂ ਉਹ ਉੜਦਾ ਹੀ ਜਾ ਰਿਹਾ ਹੋਵੇ। ਇਸ ਵੇਲੇ ਬੰਤੇ ਦਾ ਦਿਮਾਗ ਵਿੱਚ ਬਹੁਤ ਸਾਰੇ ਗਾਣੇ ਘੁੰਮ ਰਹੇ ਸਨ। ਬੰਤਾ ਸੱਖਣੀ ਸੜਕ ਉੱਪਰ ਜਾਂਦਾ ਹੋਇਆ ਰੇਲਵੇ ਦੇ ਫਾਟਕ ਨੂੰ ਪਾਰ ਕਰ ਗਿਆ। ਅੱਗੇ ਸੜਕ ਟੁੱਟੀ ਹੋਈ ਹੋਣ ਕਰਕੇ ਉਸਦਾ ਰਿਕਸ਼ਾ ਡਿਕਡੋਲੇ ਖਾਣ ਲੱਗ ਪਿਆ। ਬੰਤੇ ਨੂੰ ਉਹ ਸਮਾਂ ਯਾਦ ਆ ਗਿਆ ਕਿ ਜਦੋਂ ਲਾਹੌਰ ਤੋਂ ਆਏ ਸਨ ਤੇ ਸੜਕ ਉੱਤੇ ਇਸੇ ਪ੍ਰਕਾਰ ਦੇ ਵੱਟੇ ਖਿਲਰੇ ਪਏ ਸਨ। ਉਸਨੂੰ ਕੈਂਪ ਦਾ ਜੀਵਨ ਵੀ ਯਾਦ ਆ ਗਿਆ। ਉਦੋਂ ਬੰਤਾ ਅਜੇ ਛੋਟਾ ਹੀ ਸੀ। ਉਸਨੂੰ ਯਾਦ ਆਇਆ ਕਿ ਕੈਂਪ ਦੇ ਵਾਸੇ ਪਿੱਛੋਂ ਉਸਦਾ ਬਾਪੂ ਪਿੰਡ ਵਿੱਚ ਆ ਵਸਿਆ ਸੀ, ਜਿੱਥੇ ਕੁਝ ਵਰੇ ਬੜੇ ਚੰਗੇ ਬੀਤੇ ਸਨ। ਫਿਰ ਜ਼ਮੀਨਾਂ ਵਾਲਿਆਂ ਦੇ ਤੰਗ ਕਰਨ ਕਾਰਨ ਉਸਦਾ ਬਾਪੂ ਮਰ ਗਿਆ। ਇਸ ਪਿੱਛੋਂ ਉਸਨੂੰ ਆਪਣੀਆਂ ਤੰਗੀਆਂ ਅਤੇ ਔਖਾ ਜੀਵਨ ਯਾਦ ਆਉਣ ਲੱਗ ਪਿਆ। ਫਿਰ ਉਹ ਸੋਚਦਾ ਹੈ ਕਿ ਉਹ ਕੰਮ ਤੋਂ ਨਹੀਂ ਡਰਦਾ, ਪਰ ਢਿੱਡ ਭਰ ਕੇ ਰੋਟੀ ਤਾਂ ਮਿਲਣੀ ਚਾਹੀਦੀ ਹੈ। ਇਹ ਠੀਕ ਨਹੀਂ ਹੈ ਕਿ ਉਹ ਦਿਨ ਰਾਤ ਹੱਡ ਭੰਨਵੇਂ ਕੰਮ ਕਰੇ ਪਰ ਉਸਨੂੰ ਇਨਸਾਫ ਨਾ ਮਿਲੇ। ਉਸਨੂੰ ਦੁੱਖ ਸੀ ਕਿ ਇੰਸਪੈਕਟਰ ਨੇ ਉਸਨੂੰ ਪੈਸੇ ਕਿਉਂ ਨਹੀਂ ਦਿੱਤੇ। ਫਿਰ ਉਹ ਆਪਣੇ ਆਪ ਨੂੰ ਸਮਝਾਉਂਦਾ ਹੈ ਕਿ ਰੁੱਖੀ ਮਿੱਸੀ ਖਾ ਕੇ ਰੱਬ ਦਾ ਨਾਂ ਲੈਣਾ ਚਾਹੀਦਾ ਹੈ। ਘਰ ਦੇ ਅੱਗੇ ਪਹੁੰਚ ਕੇ ਉਸਨੇ ਰਿਕਸ਼ਾ ਰੋਕਿਆ। ਬੂਹਾ ਖੜਕੜਾਉਂਦਿਆਂ ਹੀ ਤਾਰੋ ਨੇ ਬੂਹਾ ਖੋਲ੍ਹਿਆ।
ਰਿਕਸ਼ਾ ਤਾਰੂ ਨੇ ਫੜ ਕੇ ਅੰਦਰ ਕਰਾ ਲਿਆ ਤੇ ਬੰਤੇ ਨੂੰ ਅੰਦਰ ਕਰਕੇ ਬੂਹਾ ਬੰਦ ਕਰ ਲਿਆ। ਦੋਵੇਂ ਕੁੜੀਆਂ ਸੁੱਤੀਆਂ ਹੋਈਆਂ ਸਨ ਤੇ ਫੁੰਮਣ ਜਾਗ ਰਿਹਾ ਸੀ। ਬੰਤਾ ਵਿਹੜੇ ਵਿੱਚ ਨਲਕੇ ਉੱਤੇ ਹੱਥ ਧੋਣ ਲਈ ਚਲਾ ਗਿਆ। ਤਾਰੋ ਰੋਟੀ ਖਾਣ ਲੱਗ ਪਈ। ਉਸ ਹਵੇਲੀ ਵਿੱਚ 3 ਟੱਬਰ ਹੋਰ ਰਹਿੰਦੇ ਸਨ। ਬੰਤਾ ਸਭ ਤੋਂ ਪਹਿਲੋਂ ਘਰੋਂ ਨਿਕਲ ਜਾਂਦਾ ਸੀ। ਹੱਥ ਮੂੰਹ ਧੋ ਕੇ ਬੰਤੇ ਨੇ ਤਾਰੋ ਦੀ ਦਿੱਤੀ ਰੋਟੀ ਖਾਣੀ ਸ਼ੁਰੂ ਕਰ ਦਿੱਤੀ ਤੇ ਉਹ ਫੁੰਮਣ ਨੂੰ ਕਹਿਣ ਲੱਗਾ ਕਿ ਬਾਹਰ ਠੰਡ ਵਿੱਚ ਕਿਉਂ ਫਿਰ ਰਿਹਾ ਹੈ, ਰਜਾਈ ਵਿੱਚ ਬੈਠੇ। 11 ਵੱਜਣ ਲੱਗੇ ਸਨ ਤੇ ਫੁੰਮਣ ਕਹਿ ਰਿਹਾ ਸੀ ਕਿ ਅਜੇ ਉਸਨੇ ਉਸ ਕੋਲੋਂ ਬਾਤ ਸੁਣਨੀ ਹੈ। ਫੁੰਮਣ ਨੇ ਕਿਹਾ ਕਿ ਉਸਨੇ ਰਾਜੇ ਦੇ ਬੇਟੇ ਦੀ ਗੱਲ ਸੁਣਨੀ ਹੈ, ਪਰ ਬੰਤੇ ਨੇ ਕਿਹਾ ਕਿ ਅੱਜ ਕੱਲ੍ਹ ਰਾਜੇ ਦੇ ਬੇਟੇ ਨਹੀਂ ਹੁੰਦੇ। ਬੰਤੇ ਨੇ ਜੇਬ ਵਿੱਚੋਂ ਨੋਟ ਕੱਢ ਕੇ ਤਾਰੋ ਨੂੰ ਦਿੱਤੇ। ਤਾਰੋ ਨੋਟ ਗਿਣਨ ਲੱਗ ਪਈ ਤੇ ਫੁੰਮਣ ਭਾਨ ਨੂੰ ਵੱਖਰਾ ਕਰਨ ਲੱਗ ਪਿਆ। ਅੱਜ ਤਾਰੋ ਬਹੁਤ ਖੁਸ਼ ਸੀ। ਉਧਰ ਬੰਤੇ ਨੂੰ ਰੋਟੀ ਦਾ ਬਹੁਤ ਸਵਾਦ ਆ ਰਿਹਾ ਸੀ। ਬੰਤੇ ਨੇ ਦੱਸਿਆ ਕਿ ਅਜੇ ਹੋਰ ਪੈਸੇ ਬਣ ਜਾਣੇ ਸਨ ਜੇਕਰ ਇੱਕ ਜਣਾ ਉਸ ਦੇ ਪੈਸੇ ਨਾ ਮਾਰ ਲੈਂਦਾ, ਪਰ ਉਸਨੇ ਉਸਨੂੰ ਖੁਸ਼ ਕਰ ਦਿੱਤਾ। ਤਾਰੋ ਕਹਿਣ ਲੱਗੀ ਕਿ ਉਹ ਪਹਿਲਾਂ ਹੀ ਸਮਝ ਗਈ ਸੀ। ਜਦੋਂ ਥੜਾ ਚੜ੍ਹਨ ਲੱਗਾ ਸੀ ਤਾਂ ਉਸਦਾ ਪੈਰ ਖਿਸਕ ਗਿਆ ਸੀ। ਬੰਤਾ ਕਹਿਣ ਲੱਗਾ ਕਿ ਅੱਜ ਸਾਰੇ ਮੌਜਾਂ ਕਰਦੇ ਹਨ, ਅਸੀਂ ਵੀ ਥੋੜ੍ਹੀ ਜਿਹੀ ਮੌਜ ਕਰ ਲਈ। ਫੁੰਮਣ ਦੇ ਪੁੱਛਣ ਤੇ ਬੰਤੇ ਨੇ ਦੱਸਿਆ ਕਿ ਅੱਜ ਨਵੇਂ ਸਾਲ ਦੀਆਂ ਮੌਜਾਂ ਹਨ ਤੇ ਇਸ ਦਿਨ ਤੇ ਮੌਜਾਂ ਕਰੀਦੀਆਂ ਹਨ। ਖਾਈਦਾ ਪੀਦਾ ਹੈ, ਨੱਚੀਦਾ ਕੁੱਦੀਦਾ ਹੈ, ਕੁੱਟ ਲਾਈਦੀ ਹੈ, ਮੁਰਗਾ ਮੱਛੀ ਖਾਈਦੀ ਹੈ ਤੇ ਹਾਰ ਖਰੀਦੀਦਾ ਹੈ ਹੀਰਿਆਂ ਦਾ। ਫੁੰਮਣ ਪੁੱਛਦਾ ਹੈ ਕਿ ਉਹ ਇਸ ਤਰ੍ਹਾਂ ਕਿਉਂ ਨਹੀਂ ਕਰਦੇ। ਬੰਤੇ ਨੇ ਉੱਤਰ ਦਿੱਤਾ ਕਿ ਸਾਡੀ ਗੱਲ ਹੋਰ ਹੈ, ਅਸੀਂ ਇਹਨਾਂ ਗੱਲਾਂ ਵਿੱਚੋਂ ਕੀ ਲੈਣਾ ਹੈ। ਫਿਰ ਬੰਤਾ ਫੁੰਮਣ ਨੂੰ ਸੌਂ ਜਾਣ ਲਈ ਕਹਿੰਦਾ ਹੈ। ਫੁੰਮਣ ਨੇ ਅੱਖਾਂ ਬੰਦ ਕਰ ਲਈਆਂ ਤੇ ਬੰਤੇ ਨੂੰ ਉਸਦਾ ਮੂੰਹ ਬਹੁਤ ਭੋਲਾ ਲੱਗ ਰਿਹਾ ਸੀ। ਉਹ ਸੋਚਦਾ ਸੀ ਕਿ ਕਿਤੇ ਫੁੰਮਣ ਨੂੰ ਰਿਕਸ਼ਾ ਨਾ ਚਲਾਉਣਾ ਪੈ ਜਾਵੇ। ਉਹ ਸੋਚਦਾ ਸੀ ਕਿ ਉਹ ਆਪ ਤਾਂ ਠੋਕਰਾਂ ਖਾ ਰਿਹਾ ਹੈ, ਪਰ ਉਹ ਆਪਣੇ ਬੱਚੇ ਨੂੰ ਠੋਕਰਾਂ ਨਹੀਂ ਖਾਣ ਦੇਵੇਗਾ। ਉਹ ਵੱਡਾ ਹੋ ਕੇ ਕਿਤੇ ਕੰਮ ਤੇ ਲੱਗੇਗਾ ਤੇ ਮੌਜਾਂ ਕਰੇਗਾ। ਨਵਾਂ ਸਾਲ ਚੜ੍ਹਨ ਉੱਤੇ ਉਹ ਖੁਸ਼ੀਆਂ ਮਨਾਇਆ ਕਰੇਗਾ। ਉਸ ਨੂੰ ਕਿਸੇ ਵੀ ਚੀਜ਼ ਦੀ ਕੋਈ ਫਿਕਰ ਨਹੀਂ ਹੋਵੇਗੀ। ਕਾਰਾਂ ਵਿੱਚ ਇੱਧਰ ਉੱਧਰ ਜਾਇਆ ਕਰੇਗਾ। ਫਿਰ ਉਹ ਸੋਚਦਾ ਹੈ ਕਿ ਇਹ ਸਭ ਸ਼ੇਖ ਚਿੱਲੀਆਂ ਵਾਲੀਆਂ ਗੱਲਾਂ ਹਨ। ਤਾਰੋ ਕਹਿਣ ਲੱਗੀ ਕਿ ਉਹ ਬਹੁਤ ਪੀ ਕੇ ਆਇਆ ਹੈ, ਇਸ ਕਰਕੇ ਬੇਸਿਰ ਪੈਰ ਗੱਲਾਂ ਕਰ ਰਿਹਾ ਹੈ। ਉਹ ਤਾਰੋ ਨੂੰ ਕਹਿੰਦਾ ਹੈ ਕਿ ਉਹ ਇਹ ਚੰਗਾ ਨਹੀਂ ਸਮਝਦਾ ਕਿ ਇੱਕ ਜਣਾ ਪਸ਼ੂਆਂ ਵਾਂਗ 2 ਜਣਿਆਂ ਨੂੰ ਆਪਣੀ ਪਿੱਠ ਤੇ ਬਿਠਾ ਕੇ ਖਿੱਚੇ। ਇਹ ਸੁਣ ਕੇ ਤਾਰੋ ਹੱਸ ਪਈ। ਬੰਤੇ ਨੂੰ ਉਸਦਾ ਹਾਸਾ ਚੰਗਾ ਨਾ ਲੱਗਾ। ਫਿਰ ਉਹ ਕਹਿੰਦੀ ਹੈ ਕਿ ਉਹ ਹੱਸ ਲਵੇ, ਸਾਡਾ ਕੀ ਲੈਂਦੀ ਹੈ। ਉਹ ਸੋਚਦਾ ਹੈ ਕਿ ਅੱਗੇ ਤਾਰੋ ਗੱਲ-ਗੱਲ ਤੇ ਹੱਸ ਪੈਂਦੀ ਸੀ, ਪਰ ਹੁਣ ਤਾਂ ਹੱਸਣਾ ਹੀ ਭੁੱਲ ਗਿਆ ਹੈ। ਹੁਣ ਉਸ ਨੂੰ ਤਾਰੋ ਦਾ ਹਾਸਾ ਚੰਗਾ ਲੱਗਦਾ ਹੈ। ਬੰਤਾ ਉਸ ਨੂੰ ਕਹਿੰਦਾ ਹੈ ਕਿ ਉਹ ਬਹੁਤਾ ਨਾ ਹੱਸੇ, ਕਿਧਰੇ ਪਿੱਛੋਂ ਰੋਣਾ ਨਾ ਪੈ ਜਾਵੇ। ਇਸ ਪਿੱਛੋਂ ਤਾਰੋ ਬੰਤੇ ਦੀਆਂ ਲੱਤਾਂ ਘੁੱਟਣ ਲੱਗ ਪਈ। ਬੰਤਾ ਉਸ ਨੂੰ ਕਹਿੰਦਾ ਹੈ ਕਿ ਉਸ ਦੀਆਂ ਪਤਲੀਆਂ ਲੱਤਾਂ ਵਿੱਚ ਬਹੁਤ ਜ਼ੋਰ ਹੈ। ਉਸ ਨੂੰ ਕਹਿੰਦਾ ਹੈ ਕਿ ਉਹ ਬੱਸ ਕਰੇ ਕਿਉਂਕਿ ਉਹ ਥੱਕ ਜਾਵੇਗੀ। ਉਹ ਉਸ ਨੂੰ ਕਹਿੰਦਾ ਹੈ ਕਿ ਉਹ ਕੁਝ ਖੁਰਾਕ ਖਾਇਆ ਕਰੇ। ਉਹ ਕਹਿੰਦਾ ਹੈ ਕਿ ਪਾ 1.5 ਪਾ ਦੇਸੀ ਘਿਓ ਲੈ ਆਵੇ, ਪਰ ਤਾਰੋ ਕਹਿੰਦੀ ਹੈ ਕਿ ਘਿਓ ਬਹੁਤ ਮਹਿੰਗਾ ਹੈ। ਫਿਰ ਬੰਤਾ ਕਹਿੰਦਾ ਹੈ ਕਿ ਉਸ ਨੂੰ ਡਾਕਟਰਨੀ ਨੇ ਜਿਹੜੇ ਟੀਕੇ ਦੱਸੇ ਹਨ ਉਹ ਉਹਨਾਂ ਨੂੰ ਲਵਾ ਲਵੇ, ਕਿਧਰੇ ਅਜਿਹਾ ਨਾ ਹੋਵੇ ਕਿ ਉਸ ਦੀ ਤਕਲੀਫ ਵੱਧ ਜਾਵੇ। ਉਸ ਨਾਲ ਹੀ ਉਸ ਨੂੰ ਕਹਿੰਦਾ ਹੈ ਕਿ ਉਹ ਮਾਸਟਰਾਂ ਦੇ ਘਰ ਕੰਮ ਕਰਨਾ ਛੱਡ ਦੇਵੇ, ਪਰ ਤਾਰੋ ਕਹਿੰਦੀ ਹੈ ਕੰਮ ਕਿਵੇਂ ਛੱਡ ਦਿਆਂ, ਬੱਚਿਆਂ ਨੂੰ ਭੁੱਖੇ ਮਾਰਨ ਦੀ ਸਲਾਹ ਹੋਣੀ ਹੈ ਤੇਰੀ। ਬੰਤਾ ਕਹਿੰਦਾ ਹੈ ਕਿ ਉਸ ਨੂੰ ਕਿਸੇ ਦੇ ਘਰ ਭਾਂਡੇ ਮਾਂਜਣ ਦਾ ਕੰਮ ਨਹੀਂ ਚੰਗਾ ਲੱਗਦਾ। ਤਾਰੋ ਕਹਿੰਦੀ ਹੈ ਕਿ ਮਾਸਟਰਨੀ ਵੀ ਟਿਊਸ਼ਨਾਂ ਪੜ੍ਹਾਉਂਦੀ ਹੈ, ਸਾਰੇ ਕੰਮ ਕਰਦੇ ਹਨ ਇਸ ਜ਼ਮਾਨੇ ਵਿੱਚ। ਬੰਤਾ ਕਹਿੰਦਾ ਹੈ ਕਿ ਉਹ ਉਸ ਨੂੰ ਕਹੇ ਕਿ ਫੁੰਮਣ ਨੂੰ ਵੀ ਟਿਊਸ਼ਨ ਪੜ੍ਹਾ ਦਿਆ ਕਰੇ ਤੇ ਉਹ ਉਸ ਦੀ 25 ਰੁਪਏ ਟਿਊਸ਼ਨ ਦੇ ਦਿਆ ਕਰੇਗਾ, ਕਿਉਂਕਿ ਉਸਨੇ ਆਪਣੇ ਪੁੱਤਰ ਨੂੰ ਲਾਇਕ ਬਣਾਉਣਾ ਹੈ। ਤਾਰੋ ਉਸ ਨੂੰ ਅਬਾ ਤਬਾ ਬੋਲਣਾ ਬੰਦ ਕਰਕੇ ਸੌਂ ਜਾਣ ਲਈ ਕਹਿੰਦੀ ਹੈ। ਫਿਰ ਤਾਰੋ ਉੱਠੀ ਤੇ ਦੀਵਾ ਬੁਝਾ ਕੇ ਦੋਹਾਂ ਕੁੜੀਆਂ ਦੇ ਵਿਚਕਾਰ ਜਾ ਪਈ। ਬੰਤੇ ਨੇ ਸੋਚਿਆ ਕਿ ਟੀਕੇ ਲਵਾਉਣੇ ਜ਼ਰੂਰੀ ਹਨ, ਕਿਉਂਕਿ ਉਸ ਨੂੰ ਹਸਪਤਾਲ ਦੀ ਡਾਕਟਰਨੀ ਨੇ ਡਰਾ ਦਿੱਤਾ ਸੀ। ਕਹਿੰਦੀ ਸੀ ਤੈਨੂੰ ਆਪਣੀ ਜਾਨ ਨਹੀਂ ਚਾਹੀਦੀ। ਉਸਨੇ ਤਾਰੋ ਨੂੰ ਇੱਕ ਵਾਰ ਟੀਕਿਆਂ ਲਈ ਪੈਸੇ ਦਿੱਤੇ ਸਨ, ਪਰ ਉਹ ਕਦੇ ਕੁਝ ਲਿਆਉਂਦੀ ਸੀ, ਕਦੇ ਕੁਝ। ਉਸਨੇ ਫੈਸਲਾ ਕੀਤਾ ਕਿ ਉਹ ਸਵੇਰੇ ਉੱਠਦਿਆਂ ਹੀ ਟੀਕਿਆਂ ਵੱਲ ਜਾਵੇਗਾ। ਬੰਤੇ ਨੇ ਤਾਰੋ ਨੂੰ ਕਿਹਾ ਕਿ ਜੇਕਰ ਫੁੰਮਣ ਦਾ ਇੱਕ ਹੋਰ ਭਰਾ ਹੋਵੇ ਤਾਂ ਉਸ ਦੀਆਂ 2 ਬਾਹਾਂ ਬਣ ਜਾਣਗੀਆਂ। ਜਿੰਨਾ ਚਿਰ ਬੱਚੇ ਵੱਡੇ ਨਹੀਂ ਹੁੰਦੇ ਉਨਾ ਚਿਰ ਉਹਨਾਂ ਦਾ ਹਾਲ ਇੱਕੋ ਹੀ ਰਹੇਗਾ। ਤਾਰੋ ਦੂਜੇ ਪਾਸੇ ਮੂੰਹ ਕਰਕੇ ਪੈ ਗਈ। ਬੰਤਾ ਉਸ ਦੀ ਸਿਹਤ ਬਾਰੇ ਬਹੁਤ ਫਿਕਰ ਕਰਦਾ ਹੈ। ਉਹ ਸੋਚਦਾ ਹੈ ਕਿ ਛੋਟੀ ਕੁੜੀ ਦਾ ਪੇਟ
ਠੀਕ ਨਹੀਂ ਹੁੰਦਾ। ਅਸਲ ਵਿੱਚ ਉਹ ਕੰਮ ਕਰਨ ਚਲੀ ਜਾਂਦੀ ਹੈ ਤੇ ਉਹ ਪਿੱਛੋਂ ਖੇ ਸੁਆਹ ਖਾਂਦੀ ਰਹਿੰਦੀ ਹੈ। ਵੱਡੀ ਕੁੜੀ ਦੀਆਂ ਅੱਖਾਂ ਠੀਕ ਨਹੀਂ ਹੁੰਦੀਆਂ। ਅਸਲ ਵਿੱਚ ਤਾਰੋ ਆਪਣੀ ਸਿਹਤ ਠੀਕ ਕਰੇ ਤਾਂ ਹੀ ਬੱਚਿਆਂ ਨੂੰ ਸੰਭਾਲੇ। ਉਹ ਉਸਦੇ ਆਖੇ ਲੱਗ ਕੇ ਮਾਸਟਰਾਂ ਦਾ ਕੰਮ ਵੀ ਨਹੀਂ ਛੱਡਦੀ। ਉਹ ਫਿਰ ਤਾਰੋ ਨੂੰ ਬੁਲਾਉਂਦਾ ਹੈ ਪਰ ਉਹ ਸੌਂ ਜਾਣ ਲਈ ਕਹਿੰਦੀ ਹੈ। ਬੰਤਾ ਉਸ ਨੂੰ ਕਹਿੰਦਾ ਹੈ ਕਿ ਨਵਾਂ ਸਾਲ ਚੜ੍ਹਿਆ ਹੈ, ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ, ਉਹ ਉਸ ਨਾਲ ਕੋਈ ਗੱਲ ਕਰੇ। ਤਾਰੋ ਕਹਿੰਦੀ ਹੈ ਕਿ ਉਹ ਨਵੇਂ ਸਾਲ ਤੋਂ ਉਹਨਾਂ ਨੇ ਕੀ ਲੈਣਾ ਹੈ। ਬੰਤਾ ਪੁੱਛਦਾ ਹੈ ਕਿ ਕੀ ਉਹ ਕਿਸੇ ਤੋਂ ਘੱਟ ਨੇ? ਸਾਡੇ ਕੋਲ ਵੀ ਸਭ ਕੁਝ ਹੈ। ਸਾਡਾ ਨਵਾਂ ਸਾਲ ਓਨਾ ਹੀ ਹੈ ਜਿੰਨਾ ਕਿਸੇ ਹੋਰ ਦਾ। ਉਹ ਤਾਰੋ ਨੂੰ ਬੁਲਾਉਂਦਾ ਹੈ ਪਰ ਉਹ ਸੌਂ ਚੁੱਕੀ ਸੀ। ਬੰਤਾ ਆਪਣੇ ਆਪ ਨੂੰ ਕਹਿੰਦਾ ਹੈ ਕਿ ਹੁਣ ਉਹ ਵੀ ਸੌਂ ਜਾਵੇ, ਸਵੇਰੇ 6 ਵਜੇ ਕਾਲਕਾ ਮੇਲ ਦੇਖਣੀ ਹੈ। ਸੋ ਬੱਚਿਓ, ਇਹ ਸੀ ਨਾਵਲ ਦੇ 3 ਹਿੱਸੇ। ਆਪਾਂ ਦੇਖਿਆ ਕਿ ਨਵਾਂ ਸਾਲ ਭਾਵੇਂ ਬੰਤੇ ਲਈ ਵੀ ਆਉਂਦਾ ਹੈ ਪਰ ਮਜਬੂਰੀਆਂ ਇੰਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਉਹ ਇਹਨਾਂ ਨੂੰ ਨਹੀਂ ਮਨਾ ਸਕਦਾ। ਸੋ ਬੱਚਿਓ, ਇਸ ਤਰ੍ਹਾਂ ਦੇ ਬਹੁਤ ਬੰਤੇ ਹਨ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰਦੇ ਹਨ ਪਰ ਇਸ ਮਿਹਨਤ ਨਾਲ ਉਹਨਾਂ ਦਾ ਗੁਜ਼ਾਰਾ ਪੂਰਾ ਨਹੀਂ ਪੈਂਦਾ ਤੇ ਉਹਨਾਂ ਦੇ ਬੱਚੇ ਵੀ ਬਿਲਕਦੇ ਹਨ, ਉਹਨਾਂ ਦੀ ਘਰਵਾਲੀਆਂ ਬਿਮਾਰ ਰਹਿੰਦੀਆਂ ਹਨ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪੂਰੀ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸਮਝਣ ਅਤੇ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।